ਚਾਹੇ ਮੇਰਾ ਵੀਰ ਸਿਮਰਜੀਤ ਬੈਂਸ ਲੜੇ, ਚਾਹੇ ਲੜੇ ਬਲਵਿੰਦਰ ਬੈਂਸ ਦੱਖਣੀ ਤੋਂ, ਮੈਂ ਹਰਾਊਂਗਾ ਇਹਨਾਂ ਨੂੰ। ਕਿ ਬੈਂਸ ਸਾਹਿਬ ਜਿੰਨਾ ਤੁਸੀਂ ਤਾਕਤ ਬਾਹਰਲੇ ਮੰਤਰੀਆਂ ਸੰਤਰੀਆਂ ਨਾਲ ਤਗੜੇ ਲੀਡਰਾਂ ਨਾਲ ਗੱਲ ਕਰਕੇ ਤੇ ਆ ਪੁੱਠੇ ਕੰਮ ਕਰਾਉਣ ਤੇ ਕਰਦੇ ਹੋ, ਕਿਤੇ ਯਾਰ ਸਾਨੂੰ ਕਾਲਜ ਬਣਾ ਕੇ ਦਿੰਦੇ, ਸਾਡੇ ਜਵਾਕ ਪੜ੍ਹ ਲੈਂਦੇ, ਉਹ ਕੰਮ ਨਹੀਂ ਕੀਤਾ। ਔਰ ਜੇ ਕਿਤੇ SIT 'ਚ ਅੰਦਰ ਰੱਬ ਵਸ ਗਿਆ, ਜੇ ਇਹਦੀ ਬਿਲਕੁਲ ਸਾਫ ਸੁਥਰੀ ਇਨਵੈਸਟੀਗੇਸ਼ਨ ਹੋ ਗਈ, ਤਾਂ ਮੈਂ ਤੁਹਾਨੂੰ ਗਰੰਟੀ ਕਰਦਾ ਕਿ ਹੋ ਸਕਦਾ ਆਸ਼ਾਰਾਮ ਦੀ ਜ਼ਮਾਨਤ ਹੋ ਜੇ, ਹੋ ਸਕਦਾ ਰਾਮ ਰਹੀਮ ਦੀ ਹੋ ਜੇ, ਬੈਂਸ ਸਾਹਿਬ ਦੀ ਕਦੇ ਜ਼ਮਾਨਤ ਨਹੀਂ। ਬੈਂਸ ਸਾਹਿਬ ਦੀਆਂ BJP ਨਾਲ ਨਜ਼ਦੀਕੀਆਂ ਬਹੁਤ ਪੁਰਾਣੀਆਂ, ਜਿਹੜੀ BJP ਨੂੰ ਹੁਣ ਮੋਦੀ ਨੂੰ ਗਾਲਾਂ ਕੱਢਦਾ, ਕਿਸਾਨ ਪੱਖੀ ਬਣਦਾ ਹੈ, ਉਸੇ BJP ਨੂੰ ਭਾਈ ਸਾਹਿਬ ਨੇ ਵੋਟ ਪਾ ਕੇ ਰਾਸ਼ਟਰਪਤੀ ਇਹਨਾਂ ਨੇ ਬਣਾਇਆ ਸੀ। ਮੈਂ ਕਿਹਾ ਜੀ ਲੋਕ ਇਨਸਾਫ ਪਾਰਟੀ ਨਹੀਂ, ਕਿਤੇ ਠੋਕ ਇਨਸਾਫ ਪਾਰਟੀ ਆ। ਬੈਂਸ ਸਾਹਿਬ ਜ਼ਰੂਰ ਰੰਜਿਸ਼ ਰੱਖਦੇ ਆ ਮੇਰੇ ਨਾਲ, ਮੇਰੇ ਪਰਿਵਾਰ ਨਾਲ। ਬੈਂਸ ਸਾਹਿਬ ਦੀ ਸਿੱਧੀ ਮੁੱਖ ਮੰਤਰੀ ਨਾਲ ਗੱਲਬਾਤ ਆ। ਲੇਕਿਨ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੂੰਗਾ, ਦਿੱਲੀ ਧਰਨੇ ਤੇ ਗਏ ਹੋ ਕਦੀ? ਇਹ ਮੈਂ ਸਟਾਰਟਿੰਗ 'ਚ ਜਦੋਂ ਧਰਨਾ ਸ਼ੁਰੂ ਹੋਇਆ ਉਦੋਂ ਗਿਆ ਸੀਗਾ, ਫਿਰ ਸਾਡਾ 20 ਦਿਨ ਅੰਦੋਲਨ ਸ਼ੁਰੂ ਹੋ ਗਿਆ, ਸੁਰਤ ਹੀ ਨਹੀਂ ਆਈ ਜਾਣਾ ਕਿੱਥੇ ਸੀ। ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਵਿਸ਼ਾਲ ਕਪੂਰ। 2022 ਦੀਆਂ ਚੋਣਾਂ ਜਿਹੜੀਆਂ ਨਜ਼ਦੀਕ ਆ ਰਹੀਆਂ ਨੇ, ਕਈ ਸਿਆਸੀ ਪਾਰਟੀਆਂ ਉੱਤੇ ਆਰੋਪ ਵੀ ਲੱਗਣੇ ਸ਼ੁਰੂ ਹੋ ਚੁੱਕੇ ਹੋਏ ਨੇ। ਸਾਡੇ ਨਾਲ ਰਣਜੀਤ ਸਿੰਘ ਖਹਿਰਾ ਮੌਜੂਦ ਹੈਗੇ ਨੇ, ਲਗਾਤਾਰ ਸੁਰਖੀਆਂ ਬਟੋਰਦੇ ਨਜ਼ਰ ਵੀ ਆ ਰਹੇ ਨੇ। ਸੁਰਖੀਆਂ ਕਿਉਂ ਬਟੋਰ ਰਹੇ ਨੇ? ਇੱਕ ਲੋਕ ਇਨਸਾਫ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਸਿਮਰਨਜੀਤ ਸਿੰਘ ਬੈਂਸ, ਉਹਨਾਂ ਦੇ ਉੱਤੇ ਇਲਜ਼ਾਮ ਲਗਾਉਂਦੇ ਨੇ ਕਿ ਉਹਨਾਂ ਨੇ ਹੀ ਜਿਹੜੇ ਮੁਕੱਦਮੇ ਦਰਜ ਸਾਡੇ ਉੱਤੇ ਕਰਾ ਰਹੇ ਨੇ ਕਿਸੇ ਰੰਜਿਸ਼ ਦੇ ਕਰਕੇ। ਲੇਕਿਨ ਗੱਲਬਾਤ ਕਰਦੇ ਹਾਂ ਖਹਿਰਾ ਜੀ ਨਾਲ। ਖਹਿਰਾ ਜੀ, ਪਹਿਲਾਂ ਤਾਂ ਸਵਾਲ ਮੇਰਾ FI ਤਾਂ ਮੈਂ ਤੁਹਾਡੀ ਬਾਅਦ ਦੇਖੂੰਗਾ, ਸਿਮਰਨਜੀਤ ਸਿੰਘ ਬੈਂਸ ਨਾਲ ਕੋਈ ਨਿੱਜੀ ਦੁਸ਼ਮਣੀ ਹੈ? ਪਹਿਲਾਂ ਤਾਂ ਜੀ ਲੁਧਿਆਣਾ ਲਾਈਵ ਦੇਖ ਰਹੇ ਸਾਰੇ ਮੇਰੇ ਦੋਸਤ ਮਿੱਤਰਾਂ ਨੂੰ, ਔਰ ਖਾਸ ਕਰਕੇ ਮੇਰੇ ਹਲਕੇ ਦੇ MLA ਸਤਿਕਾਰਯੋਗ ਬਲਵਿੰਦਰ ਸਿੰਘ ਬੈਂਸ ਤੇ ਸਿਮਰਜੀਤ ਸਿੰਘ ਬੈਂਸ ਨੂੰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਆਦਾਬ ਸਾਰਿਆਂ ਨੂੰ। ਦੁਸ਼ਮਣੀ ਕੋਈ ਨਹੀਂ ਹੈਗੀ ਮੇਰੀ, ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ, ਨਾ ਮੇਰਾ ਕੋਈ ਵੈਰ ਵਿਰੋਧ ਕਿਸੇ ਨਾਲ, ਨਾ ਮੈਂ ਕੋਈ ਇੱਦਾਂ ਦਾ ਬੰਦਾ ਹੀ ਹਾਂ। ਮੈਂ ਸਧਾਰਨ ਜਿਹਾ ਬੰਦਾ, ਔਰ ਸਧਾਰਨ ਸਾਡੀ ਪਾਰਟੀ ਆਮ ਆਦਮੀ ਪਾਰਟੀ। ਲੇਕਿਨ ਪਾਰਟੀ ਉਹ ਵੀ ਵਧੀਆ ਸੀਗੀ, ਲੋਕ ਇਨਸਾਫ ਪਾਰਟੀ, ਜਦੋਂ ਸੇਵਾਵਾਂ ਦਿੱਤੀਆਂ ਸੀਗੀਆਂ ਉਹ ਵੀ ਤਾਂ ਲੋਕਾਂ ਦੀ ਪਾਰਟੀ ਸੀਗੀ। ਹੁਣ ਆਮ ਆਦਮੀ ਪਾਰਟੀ ਵਧੀਆ ਲੱਗਣ ਲੱਗ ਗਈ, ਹੁਣ ਸਿਮਰਜੀਤ ਸਿੰਘ ਬੈਂਸ ਤੇ ਬਲਵਿੰਦਰ ਸਿੰਘ ਬੈਂਸ ਇੰਨੇ ਮਾੜੇ ਲੱਗਣ ਲੱਗ ਗਏ। ਨਹੀਂ, ਐਸਾ ਹੈ ਕਿ ਉਹ ਮੈਂ 12 ਫਰਵਰੀ 2018 ਨੂੰ ਮੈਨੂੰ ਲੱਗਦਾ ਕਿ ਇੱਕ ਦਿਨ ਕਹਿ ਲਓ, 5 ਮਿੰਟ ਕਹਿ ਲਓ ਜਾਂ 10 ਮਿੰਟ ਕਹਿ ਲਓ, ਇੰਨੇ ਵਾਸਤੇ ਪਾਰਟੀ ਜੁਆਇਨ ਕੀਤੀ ਸੀ। ਦੋਨੋਂ ਭਰਾ ਬੜੇ ਖੁਸ਼ ਹੋਏ ਸੀ, ਔਰ ਸ਼ਾਮ ਤੱਕ ਪਤਾ ਨਹੀਂ ਉਹਨਾਂ ਨੂੰ ਐਸਾ ਮੇਰੇ ਬਾਰੇ ਕੀ ਪਤਾ ਲੱਗ ਗਿਆ ਸੀ, ਸ਼ਾਮ ਤੱਕ ਤਾਂ ਉਹ ਬਦਲ ਗਏ ਸੀ। ਯਾਨੀ ਕਿ ਮੈਂ ਲੋਕ ਇਨਸਾਫ ਪਾਰਟੀ ਦੀ ਕੋਈ ਸੇਵਾ ਨਹੀਂ ਕੀਤੀ। ਹਾਲਾਂਕਿ ਲੋਕ ਇਨਸਾਫ ਪਾਰਟੀ ਰੈਗੂਲਰ ਮੇਰੀ ਸੇਵਾ ਕਰ ਰਹੀ ਆ, ਕਰੀ ਜਾਂਦੇ ਆ, ਮੈਂ ਉੱਥੇ ਕੋਈ ਸੇਵਾਵਾਂ ਨਹੀਂ ਕੀਤੀਆਂ। ਮੈਂ ਆਮ ਆਦਮੀ ਪਾਰਟੀ ਦਾ ਹੁਣ ਹਲਕਾ ਸਾਊਥ ਦੱਖਣੀ 'ਚ ਆਮ ਤੌਰ 'ਤੇ ਵਰਕਰ ਆ। ਮੇਰੀ ਬੈਂਸ ਸਾਹਿਬ ਨਾਲ ਕੋਈ ਰੰਜਿਸ਼ ਨਹੀਂ ਗੀ। ਹਾਂ, ਬੈਂਸ ਸਾਹਿਬ ਜ਼ਰੂਰ ਰੰਜਿਸ਼ ਰੱਖਦੇ ਆ ਮੇਰੇ ਨਾਲ, ਮੇਰੇ ਪਰਿਵਾਰ ਨਾਲ, ਮੇਰੇ ਦੋਸਤਾਂ ਮਿੱਤਰਾਂ ਨਾਲ। ਇਸ ਤੋਂ ਇਲਾਵਾ ਉਹ ਸਤਿਕਾਰਯੋਗ ਜਿਹੜੀ ਬੀਬੀ ਆ, ਜਿਹੜੀ ਰੇਪ ਪੀੜਤ ਆ, ਉਹਦੇ ਨਾਲ, ਉਹਦੇ ਬੇਟੇ ਨਾਲ, ਮੇਰਾ ਵੀਰ ਆ ਛੋਟਾ ਪ੍ਰਿੰਕਲ, ਉਹਦੇ ਨਾਲ, ਉਹਦੇ ਡੈਡ ਨਾਲ, ਉਹਦੀ ਮੰਮੀ ਨਾਲ, ਈਵਨ ਕਿ ਜਿਹੜਾ ਸੂਤ ਆਉਂਦਾ, ਜਿਹੜਾ ਲਾਗੇ ਦਿਸ ਗਿਆ, ਉਹਦਾ ਵੀ ਨਾਂ। ਇੱਕ ਸਾਡੇ ਪ੍ਰਿੰਕਲ ਦਾ ਦੋਸਤ ਆ, ਉਹਦਾ ਅੱਜ ਤੱਕ ਪੱਕਾ ਨਾਂ ਪਤਾ ਨਹੀਂ ਕਿਹਨੂੰ ਪਤਾ, ਕਿਸੇ ਨੂੰ ਨਹੀਂ ਪਤਾ। ਪਰਮਜੀਤ ਸਿੰਘ ਨਾਮ ਉਹਦਾ, FIR ਦਰਜ ਆ। ਉਹ ਕਹਿੰਦਾ ਵੀ ਮੇਰਾ ਪੱਕਾ ਨਾਂ ਪਤਾ ਹੀ ਨਹੀਂ ਕਿਸੇ ਨੂੰ, ਕਿਉਂ ਲੋਕੀ ਨਿਕਨੇਮ ਨਾਲ ਜਾਣਦੇ ਨੂੰ। ਇਹ ਭਾਜੀ ਹੋਣੀ ਉਹਦੇ ਵੀ ਰੈਕੀ ਰੁਕੀ ਕਰਕੇ ਤੇ ਉਹਦਾ ਵੀ ਨਾਂ ਕੱਢ ਕੇ ਤੇ FIR 'ਚ ਪਾਇਆ। ਉਹ ਆਪ ਹੈਰਾਨ ਆ ਵੀ ਮੈਂ ਤਾਂ ਯਾਰ ਦੁਕਾਨ ਕਰਦਾ, ਮੈਂ ਕਿਤੋਂ UP ਜਾਂ ਬਿਹਾਰ ਜਾਂ ਦਿੱਲੀ ਜਾਂ ਕਿਆ ਕਹਿੰਦੇ ਆ ਅੰਬਾਲੇ ਗਿਆ ਜਾਂ ਸ਼ਹਿਜਾਦਪੁਰ ਗਿਆ ਜਾਂ ਹਰਿਆਣੇ ਗਿਆ, ਉਹ ਆਪ ਹੈਰਾਨ ਆ। ਉਸੇ ਤਰ੍ਹਾਂ ਸਾਨੂੰ ਵੀ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ, ਕਿਉਂਕਿ ਲੇਕਿਨ ਮੈਂ ਇੱਕ ਗੱਲ ਤੁਹਾਡੇ ਕੋਲ ਪੁੱਛਣਾ ਚਾਹੂੰਗਾ, ਦਿੱਲੀ ਧਰਨੇ ਤੇ ਗਏ ਹੋ ਕਦੀ? ਮੈਂ ਦਿੱਲੀ ਧਰਨੇ ਇੱਕ ਵਾਰ ਗਿਆ ਸੀ। ਕਿੰਨੀ ਤਾਰੀਖ ਸੀ? ਇਹ ਮੈਂ ਸਟਾਰਟਿੰਗ 'ਚ ਜਦੋਂ ਧਰਨਾ ਸ਼ੁਰੂ ਹੋਇਆ ਉਦੋਂ ਗਿਆ ਸੀਗਾ। ਇੱਕ ਵਾਰੀ ਸਾਡੇ ਮਾਣਯੋਗ ਮੈਂਬਰ ਪਾਰਲੀਮੈਂਟ ਲੁਧਿਆਣੇ ਦੇ 4 ਕੜਿਆਂ ਵਾਲੇ ਮੁੱਖ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ, ਕਿਉਂਕਿ ਉਹਨਾਂ ਨੇ ਮੈਨੂੰ ਪਾਰਟੀ ਜੁਆਇਨ ਕਰਾਈ ਸੀ, ਔਰ ਇੱਕ ਵਾਰੀ ਮੈਂ ਉਹਨਾਂ ਤੋਂ ਕੋਈ ਆਪਦਾ ਕੰਮ ਨਹੀਂ ਸੀ, ਮੈਂ ਨਿੱਜੀ ਕੰਮ ਵਾਸਤੇ ਅੱਜ ਤੱਕ ਕਿਸੇ ਲੀਡਰ ਕੋਲੇ, ਕਿਸੇ ਥਾਣੇ, ਕਿਸੇ ਕੋਰਟ 'ਚ ਕਿਤੇ ਨਹੀਂ ਗਿਆ। ਦੇਖिए ਮੈਂ ਤੁਹਾਨੂੰ ਪੁੱਛ ਰਿਹਾ, ਦਿੱਲੀ ਇਸ ਮਹੀਨੇ 'ਚ ਕਿੰਨੀ ਵਾਰ ਜਾਂ ਪਿਛਲੇ ਮਹੀਨੇ ਕਿੰਨੀ ਵਾਰੀ ਜਾ? ਇਸ ਵਾਰ ਨਾ ਪਿਛਲੇ ਮਹੀਨੇ ਗਿਆ, ਨਾ ਉਹ ਤੋਂ ਪਿਛਲੇ ਮਹੀਨੇ ਗਿਆ, ਕਿਉਂਕਿ ਮੈਂ 30 ਮਈ 2021 ਨੂੰ ਪਾਰਟੀ ਜੁਆਇਨ ਕੀਤੀ ਸੀ। ਉਸ ਤੋਂ ਬਾਅਦ ਰੈਗੂਲਰ ਸਾਡੀਆਂ ਮੀਟਿੰਗਾਂ, ਫਿਰ ਸਾਡਾ 20 ਦਿਨ ਅੰਦੋਲਨ ਸ਼ੁਰੂ ਹੋ ਗਿਆ, ਸੁਰਤ ਹੀ ਨਹੀਂ ਆਈ ਜਾਣਾ ਕਿੱਥੇ ਸੀ, ਕੰਮ ਲੱਗੇ ਹੋਏ ਆ। ਤੇ ਨਾਲ ਹੀ ਬੈਂਸ ਸਾਹਿਬ ਨੇ ਦੂਜੇ ਕੰਮ ਲਾਤਾ,
ਕਿਤੇ 300 ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਸਿਮਰਨਜੀਤ ਸਿੰਘ ਬੈਂਸ ਨੇ ਹੀ ਤੁਹਾਡੇ ਉੱਤੇ FIR ਦਰਜ ਕਰਾਈ ਹੈ? ਇਹ ਮੈਨੂੰ ਇੱਕ ਸਪਸ਼ਟੀਕਰਨ ਤਮਾਮ ਲੋਕ ਵੀ ਜਾਣਨਾ ਚਾਹੁੰਦੇ ਨੇ। ਸਿਮਰਨ ਸਿੰਘ ਬੈਂਸ ਖੁਦ ਜਾਣਨਾ ਚਾਹੁੰਦੇ ਨੇ ਕਿ ਮੇਰੇ ਤੇ ਜਿਹੜਾ ਇਲਜ਼ਾਮ ਲਗਾਇਆ ਜਾ ਰਿਹਾ, ਮੈਨੂੰ ਆਹ ਦੱਸਿਆ ਜਾਵੇ ਕਿ ਮੈਂ ਤੁਹਾਡੇ ਤੇ FIR ਦਰਜ ਕਿਉਂ ਕਰਾਉਂਗਾ? ਦੇਖੋ ਬੈਂਸ ਸਾਹਿਬ ਬੜੇ ਬੀਬੇ ਬੰਦੇ ਆ, ਕੰਮ ਤੇ ਕਰਨਾ FIR ਦੇ ਕਰਾਉਂਦੇ ਆ, ਪਰ ਨਾਲ ਦੀ ਨਾਲ ਉਹ ਆਪਦੇ ਸੱਕੇ ਸੱਜਣ ਮਿੱਤਰ ਤੋਂ WhatsApp ਤੇ ਮੈਸੇਜ ਵੀ ਕਰਾਉਂਦੇ ਆ, ਸੁਨੇਹਾ ਲਾ ਦਿੰਦੇ ਆ। ਉਹੀ ਮੈਸੇਜ ਆਇਆ ਤੁਹਾਡੇ ਕੋਲ? ਮੇਰਾ ਉਹਨਾਂ ਨੇ ਮੈਨੂੰ ਕਿਸੇ ਸੁਨੇਹਾ ਲਾਇਆ, ਤੁਹਾਡੇ ਸੱਜਣ ਨੇ ਕਿਸੇ ਨੇ, ਉਹਨਾਂ ਦੇ ਬੰਦੇ ਨੇ ਪ੍ਰਿੰਕਲ ਨੂੰ ਰੋਜ਼ ਸੁਨੇਹਾ ਲਾ, ਪ੍ਰਿੰਕਲ ਨੂੰ ਤਾਂ FIR ਤੇ ਭੇਜ ਦਿੰਦੇ ਨਾ ਵੀ ਤੇਰੇ ਤੇ ਆਹ ਕੰਮ ਕਰਤਾ, ਤੇਰੇ ਸਾਥੀ ਦਾ ਵੀ ਕਰਤਾ। ਤੇ ਪ੍ਰਿੰਕਲ ਨੇ ਉਹ ਚੀਜ਼ਾਂ ਜਦੋਂ ਕਿਸੇ ਨੇ ਭੇਜੀਆਂ, ਤੁਸੀਂ ਸੱਜਣ ਦੀ ਗੱਲ ਕਰ ਰਹੇ ਹੋ ਕਿ ਤੁਸੀਂ ਕਹਿ ਰਹੇ ਹੋ ਤੁਹਾਡੇ ਵਰਗੇ ਸੱਜਣ, ਸਾਡੇ ਵਰਗੇ ਸੱਜਣ ਕਿਹੜੇ ਨੇ ਜਿਨ੍ਹਾਂ ਨੇ ਤੁਹਾਨੂੰ ਪਹਿਲੇ ਇਤਲਾਹ ਦੇਤੀ ਕਿ ਤੁਹਾਡੇ ਤੇ ਇੱਕ ਮੁਕੱਦਮਾ ਦਰਜ ਸਿਮਰਨਜੀਤ ਸਿੰਘ ਬੈਂਸ ਵੱਲੋਂ ਹੋ ਰਿਹਾ? ਉਹਨਾਂ ਸੱਜਣਾਂ ਦਾ ਨਾਮ ਵੀ ਲਓ ਨਾ, ਆਖਿਰ ਉਹਨਾਂ ਨੂੰ ਸੱਜਣਾਂ ਨੂੰ ਕਿੱਥੋਂ ਪਤਾ ਲੱਗਿਆ ਕਿ ਬੈਂਸ ਨੇ ਤੁਹਾਡੇ ਤੇ FIR ਦਰਜ ਕਰਾਤੀ? ਉਹ ਯਾਰ ਪਤਾ ਕੀ ਚੱਕਰ ਆ, FIR ਦਰਜ ਕੀਤੀ ਨੂੰ ਤਾਂ ਮਹੀਨੇ ਤੋਂ ਉੱਪਰ ਹੋ ਗਿਆ, ਇਹਨੂੰ ਤਾਂ ਲਗਭਗ 40-45 ਦਿਨ ਹੋ ਗਏ। ਹਾਂ, ਇਹ ਆ ਕਿ ਇੱਕ ਕੇਸ ਦੇ ਵਿੱਚ ਜਿਹੜਾ 307 ਵਾਲਾ, ਇਹ 'ਚ ਮੈਨੂੰ ਉੱਥੋਂ ਸ਼ਹਜਾਦਪੁਰ ਦਾ ਜਿਹੜਾ SHO ਦਾ ਤੋਂ ਇੱਕ ASI ਦਾ ਫੋਨ ਆਇਆ ਸੀਗਾ, ਤੇ ਉਹਨਾਂ ਨੇ ਮੈਨੂੰ ਆਪ ਆਖਿਆ ਸੀ ਇਹ ਮੁਕੱਦਮਾ ਝੂਠਾ, ਤੇ ਮੈਂ ਬਹੁਤਾ ਸੀਰੀਅਸਲੀ ਲਿਆ ਵੀ ਨਹੀਂ, ਜਾਣੀ ਕਿ ਇਹਦਾ ਕੋਈ ਮੈਨੂੰ ਕੋਈ। ਉਸ ਤੋਂ ਬਾਅਦ ਜਿਹੜੇ 295 ਵਾਲੇ ਜਾਂ ਦੰਗਾ ਭੜਕਾਊਆ ਦਿੱਲੀ ਵਾਲਾ, ਜਨਕਪੁਰੀ ਵਾਲਾ, ਜਾਂ ਬਿਹਾਰ ਦਾ, ਜਾਂ ਇੱਕ ਹੋਰ ਕਬੂਤਰਬਾਜੀ ਦਾ ਪਾਇਆ ਪ੍ਰਿੰਕਲ ਤੇ, ਇਹ ਉਹਨਾਂ ਨੂੰ ਮੀਡੀਆ ਰਾਹੀਂ ਪਤਾ ਲੱਗਾ। ਪਲੱਸ ਜਿਹੜੇ ਉਹਨਾਂ ਦੇ ਨਜ਼ਦੀਕੀ ਸਾਥੀ ਆ, ਹੁਣ ਕਿ ਮੈਨੂੰ ਵੀ ਇੱਕ ਸੱਜਣਾ ਮੇਰਾ, ਮੈਂ ਨਾ ਚੰਗੀ ਬਣਦੇ ਵੀ ਆ, ਮੈਨੂੰ ਵੀ ਉਹਨੇ ਫੋਨ ਕੀਤਾ ਵੀ ਤੈਨੂੰ ਜਾਣ ਕੇ ਖੁਸ਼ੀ ਹੋਊਗੀ। ਮੈਂ ਉਹਦੇ ਨਾਲ ਬਾਲੇ ਕੋਰਟ 'ਚ ਗਿਆ ਸੀਗਾ, ਤੇ ਉਹ ਇਨਕੁਆਇਰੀ ਲਵਾਉਣੀ ਸੀ, ਮੈਂ ਉਹਦੇ ਸੰਬੰਧ 'ਚ ਗਿਆ ਸੀ। ਮੈਂ ਹੋਮ ਮਿਨਿਸਟਰ ਸਾਹਿਬ ਨੂੰ ਮਿਲ ਕੇ ਇਨਕੁਆਇਰੀ ਲਾਇਆ, ਤੇ ਉਹ ਕਹਿੰਦਾ ਵੀ ਤੈਨੂੰ ਖੁਸ਼ੀ ਹੋਊਗੀ ਵੀ ਤੇਰੀ ਘਰ ਵਾਲੀ ਦਾ ਨਾਮ ਵੀ ਐਡ ਕਰਤਾ। ਮੈਂ ਕਿਹਾ ਵੀ ਆਹ ਤਾਂ ਬੈਂਸ ਸਾਹਿਬ ਨੇ ਬੜਾ ਪੁੰਨ ਦਾ ਕੰਮ ਕੀਤਾ ਕਿ 2 ਬੱਚਿਆਂ ਦੀ ਮਾਂ ਆ, ਤਾਂ ਉਹ ਮੇਰਾ ਘਰ ਸੰਭਾਲਦੀ ਆ, ਘਰੇਲੂ ਲੇਡੀ ਆ, ਹਾਊਸ ਵਾਈਫ ਆ, ਤੇ ਤੁਸੀਂ ਉਹਨੂੰ ਵੀ ਨਹੀਂ ਬਖਸ਼ ਰਹੇ। ਇੱਥੋਂ ਪਤਾ ਲੱਗ ਰਿਹਾ। ਖੈਰ ਸਾਹਿਬ ਇੱਕ ਸਵਾਲ ਨਾ ਦਿਮਾਗ 'ਚ ਆ ਜਾਂਦਾ ਵੈ, ਉਹ ਤੁਹਾਡੇ ਦਿਮਾਗ ਵਿੱਚ ਆਊਗਾ, ਤੁਸੀਂ ਪੋਲਿਟਿਕਸ ਕਰ ਰਹੇ ਹੋ, ਬੈਂਸ ਸਾਹਿਬ ਵੀ ਪੋਲਿਟਿਕਸ ਕਰਦੇ ਨੇ, ਠੀਕ ਹੈ। ਮੇਰਾ ਇੱਕ ਸਵਾਲ ਸਮਝ ਨਹੀਂ ਆ ਰਿਹਾ, ਸਿਮਰਨਜੀਤ ਸਿੰਘ ਬੈਂਸ ਦੀ ਕੋਈ ਆਡੀਓ ਰਿਕਾਰਡਿੰਗ ਜਾਂ ਗੱਲ ਕੀਤੀ ਜਾਵੇ, ਜਾਂ ਕੁਝ ਉਹਨਾਂ ਦਾ ਪਰਸਨਲ ਮੈਸੇਜ, ਜਾਂ ਜਿਹੜੇ ਬੰਦੇ ਨੇ ਤੁਹਾਨੂੰ ਉਹਨਾਂ ਦਾ ਨਾਮ ਲੈ ਕੇ ਗੱਲ ਕੀਤੀ ਹੋਵੇ, ਜਾਂ ਉਹਦੇ ਵੱਲੋਂ ਕੋਈ ਪਰਸਨਲ ਮੈਸੇਜ ਹੋਵੇ? ਕਿਉਂਕਿ ਦੱਖਣੀ ਇਲਾਕੇ ਦੇ ਵਿੱਚੋਂ ਤੁਸੀਂ, ਬਲਵਿੰਦਰ ਬੈਂਸ ਦੇ ਇਲਾਕੇ ਦੇ ਵਿੱਚੋਂ ਤੁਸੀਂ ਇਲੈਕਸ਼ਨ ਲੜਨ ਨੂੰ ਚਾਹਵਾਨ ਹੈਗੇ ਹੋ, ਤੇ ਲੇਕਿਨ ਕੋਈ ਮੈਸੇਜ ਹੈਗਾ ਜਾਂ ਹੋਰ ਕੋਈ ਤੁਹਾਡੇ ਕੋਲ ਪ੍ਰੂਫ ਹੈਗਾ ਕਿ ਸਿੱਧਾ ਸਿਮਰਨਜੀਤ ਸਿੰਘ ਬੈਂਸ ਨੇ FIR ਦਰਜ ਕਰਾਈ ਹੈ? ਹੈਗਾ ਵਿਸ਼ਾਲ ਜੀ, ਹੈਗਾ ਸਿੱਧਾ ਬੈਂਸ ਸਾਹਿਬ ਦਾ ਹੱਥ ਆ, ਬੈਂਸ ਸਾਹਿਬ ਦੇ ਆਫਿਸ ਦਾ ਹੱਥ ਆ, ਬੈਂਸ ਸਾਹਿਬ ਦੇ ਕਈ ਨਜ਼ਦੀਕੀ ਸਾਥੀ ਉਹਨਾਂ ਦੇ ਟੱਚ 'ਚ ਆ, ਉਹ ਅਸੀਂ ਸਾਰੀ ਡਿਟੇਲ ਕਢਾ ਲਈ ਆ। ਕਈ ਕੁਛ ਗੱਲਾਂ ਜੁਡੀਸ਼ੀਅਲੀ ਹੁੰਦੀਆਂ ਜਿਹੜੀਆਂ ਅਸੀਂ ਪ੍ਰੂਵ ਕਰਨੀਆਂ ਹੈਗੀਆਂ ਕੋਰਟ 'ਚ, ਜਿੱਥੇ ਅਸੀਂ ਆਪਣੀ ਬੇਗੁਨਾਹੀ ਦਾ ਸਬੂਤ ਦੇਣਾ, ਕਿਉਂਕਿ ਮੈਂ ਜੇ ਤੁਹਾਨੂੰ ਦੱਸਦਾ ਤੇ ਉਹ ਸਾਡਾ ਹੀ ਕੇਸ ਕਮਜ਼ੋਰ ਹੋਣਾ। ਇਹ ਕਲੀਅਰ ਹੈ, ਕਿਉਂਕਿ ਸਾਡੀ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ ਯਾਰ, ਮੇਰੀ ਬੈਂਸ ਸਾਹਿਬ ਨਾਲ ਵੀ ਕੋਈ ਨਿੱਜੀ ਰੰਜਿਸ਼ ਨਹੀਂ ਹੈਗੀ। ਮੈਨੂੰ ਬੈਂਸ ਸਾਹਿਬ ਦਾ ਕਿਤੇ ਨਾ ਕਿਤੇ, ਪਹਿਲਾਂ ਮੈਂ ਬੈਂਸ ਸਾਹਿਬ ਨੂੰ ਦਿਲੋਂ ਪਸੰਦ ਕਰਦਾ ਸੀ, ਮੈਂ ਔਨ ਰਿਕਾਰਡ ਕਹਿ ਸਕਦਾ। ਮੈਂ ਸੋਚਦਾ ਸੀ ਯਾਰ ਬੰਦਾ ਵਰਕਿੰਗ ਕਰਦਾ, 4 ਘੰਟੇ ਸਵੇਰੇ ਬੈਠਦਾ, 4 ਘੰਟੇ ਰਾਤ ਨੂੰ ਬੈਠਦਾ, ਪਰ ਮੈਨੂੰ ਨਹੀਂ ਸੀ ਪਤਾ, ਜਿਸ ਤਰ੍ਹਾਂ ਫਿਲਮਾਂ 'ਚ ਹੁੰਦਾ ਸੀ ਨਾ ਵੀ ਪਹਿਲਾਂ ਲੁੱਟਾਂ ਖੋਹਾਂ ਕਰ ਲਈਆਂ, ਪਹਿਲਾਂ ਲੁੱਟਾਂ ਖੋਹਾਂ ਕਰ ਲਈਆਂ, ਮੈਨੂੰ ਨਹੀਂ ਸੀ ਪਤਾ ਕਿ ਪਹਿਲਾਂ ਲੁੱਟਾਂ ਖੋਹਾਂ ਕਰ ਲਈਆਂ ਤੇ ਉਸ ਤੋਂ ਬਾਅਦ ਕੰਬਲ ਵੰਡਣ ਲੱਗੇ, ਖੇਸ ਵੰਡਣ ਲੱਗੇ। ਇਹ ਬੈਂਸ ਸਾਹਿਬ ਦਾ ਤਰੀਕਾ ਹੈ, ਔਰ ਬੈਂਸ ਸਾਹਿਬ ਪੋਲਿਟਿਕਸ ਦੀ ਕਬੱਡੀ ਇੰਨੀ ਕੁ ਜਾਣਦੇ ਆ। ਲੇਕਿਨ ਤੁਸੀਂ ਇੱਕ ਰਿਕਾਰਡਿੰਗ ਮੈਂ ਭੇਜੀ ਸੀ ਮੈਨੂੰ ਉਸ SHO ਦੀ, ਜਿਹਨੇ ਕਿਹਾ ਕਿ ਤੁਹਾਡਾ ਨਾਮ ਲੈ ਕੇ ਕਿ ਇਹ ਤਾਂ ਮੁਕੱਦਮਾ ਝੂਠਾ ਹੈ, ਉਹ ਰਿਕਾਰਡਿੰਗ ਤੁਸੀਂ ਸਾਨੂੰ ਭੇਜੀ, ਮੈਂ ਸੁਣੀ ਉਹ ਰਿਕਾਰਡਿੰਗ। ਲੇਕਿਨ ਉਹਦੇ ਵਿੱਚ SHO ਤੁਹਾਨੂੰ ਆਹ ਕਹਿ ਰਿਹਾ, ਉਹ ਰਿਕਾਰਡਿੰਗ ਵੀ ਅਸੀਂ ਨਾਲ ਚਲਾਵਾਂਗੇ ਜ਼ਰੂਰ, ਉਹਦੇ ਵਿੱਚ ਤੁਹਾਨੂੰ SHO ਕਹਿ ਰਿਹਾ ਵੈ ਆਖਿਰ ਇਹ ਸ਼ਖਸ ਹੈ ਕੌਣ ਹੈ ਜਿਸ ਨੇ ਆਪਕੇ ਉੱਪਰ ਮੁਕੱਦਮਾ ਦਰਜ ਕਰਵਾਇਆ? ਪੁੱਛ ਰਿਹਾ, ਤੁਸੀਂ ਵੀ ਧਿਆਨ ਨਾਲ ਸੁਣੀ ਹੋਊਗੀ। ਲੇਕਿਨ ਤੁਸੀਂ ਗੱਲ ਘੁਮਾ ਫਿਰਾ ਕੇ ਲੈ ਗਏ ਸਿਮਰਨਜੀਤ ਸਿੰਘ ਬੈਂਸ ਉੱਤੇ ਕਿ ਅਸੀਂ ਇੱਕ ਮਹਿਲਾ ਜਿਹੜੀ ਹੈਗੀ ਹੈ, ਰੇਪ ਪੀੜਿਤ ਮਹਿਲਾ ਹੈ, ਉਹ ਲਗਾਤਾਰ ਬਾਹਰ ਬੈਠੀ ਸੀ, ਉਹਨੂੰ ਹਾਈ ਕੋਰਟ ਦੇ ਥਰੂ ਅਸੀਂ ਮੁਕੱਦਮਾ ਦਰਜ ਕਰਾਇਆ, ਲੇਕਿਨ ਇਹਦੀ ਜਿਹੜੀ ਖੁੰਦਕ ਹੈ ਉਹ ਤੋਂ ਕੱਢ ਰਿਹਾ। ਲੇਕਿਨ ਤੁਸੀਂ SHO ਨੂੰ ਸਪਸ਼ਟੀਕਰਨ ਦੇ ਰਹੇ ਹੋ ਆਪਣਾ, ਲੇਕਿਨ ਉਹ ਪੁੱਛ ਰਿਹਾ ਇਹ ਬੰਦਾ ਕੌਣ ਹੈ, ਲੇਕਿਨ ਇਹ ਬੰਦਾ ਕੌਣ ਹੈ? ਇਹ ਸਵਾਲ ਮੇਰਾ ਵੀ। ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦਿੰਦਾ। ਦੇਖੋ ਬੈਂਸ ਸਾਹਿਬ ਜਿਹੜੇ ਨਾ ਜੀ, BJP 'ਚ, ਇਹ ਮੈਨੂੰ ਵੀ ਪਤਾ ਕਿ ਇਹ ਬੜਾ ਹਾਈ ਪ੍ਰੋਫਾਈਲ ਮਾਮਲਾ, ਐਡੀ ਵੱਡੀ ਧਾਰਾ ਜਾਂ ਇੰਨੀਆਂ ਹੋਰ ਧਾਰਾ, ਐਡੀ ਜਾਲੀ ਸਟੋਰੀ ਬਣਾਉਣੀ ਕਿਸੇ ਆਮ ਅਫਸਰ ਦਾ ਜਾਂ ਛੋਟੇ-ਮੋਟੇ ਅਫਸਰ ਦਾ ਕੰਮ ਨਹੀਂ ਹੈਗਾ। ਇਹ ਗੱਲ SHO ਤੱਕ ਨਹੀਂ ਗਈ, ਇਹ ਵੱਡੇ ਲੈਵਲ ਤੇ ਗੱਲ ਆ। ਬੈਂਸ ਸਾਹਿਬ ਦੀਆਂ BJP ਨਾਲ ਨਜ਼ਦੀਕੀਆਂ ਬਹੁਤ ਪੁਰਾਣੀਆਂ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸਾਂਪਲਾ ਸਾਹਿਬ ਇਹਨਾਂ ਦੇ ਘਰ ਗਏ ਸੀ ਤੇ ਇਹਨਾਂ ਰਾਸ਼ਟਰਪਤੀ ਨੂੰ ਵੋਟ ਕੀਤੀ, ਜਿਹੜੀ BJP ਨੂੰ ਹੁਣ ਮੋਦੀ ਨੂੰ ਗਾਲਾਂ ਕੱਢਦਾ, ਕਿਸਾਨ ਪੱਖੀ ਬਣਦਾ ਹੈ, ਉਸੇ BJP ਨੂੰ ਭਾਈ ਸਾਹਿਬ ਨੇ ਵੋਟ ਪਾ ਕੇ ਰਾਸ਼ਟਰਪਤੀ ਇਹਨਾਂ ਨੇ ਬਣਾਇਆ ਸੀ। ਇਹਨਾਂ ਦੀ ਵੋਟ ਦੀ ਕੀਮਤ ਹੁੰਦੀ ਹੈ MLA ਦੀ, ਉਹਦੀ ਕਾਊਂਟਿੰਗ ਹੁੰਦੀ ਆ। ਇਹਨਾਂ ਨੇ ਉੱਥੇ ਕਿਸੇ ਦੀ ਵੱਡੇ ਲੀਡਰ ਦੀ ਡਿਊਟੀ ਲਾ ਕੇ, ਕਿਉਂਕਿ ਥਾਣੇ ਵਾਲੇ ਤਾਂ ਜਾਣਦੇ ਨਹੀਂ ਸਿਮਰਜੀਤ ਬੈਂਸ ਨੂੰ, ਉਹ ਤਾਂ ਮੈਨੂੰ ਇਹ ਵੀ ਪੁੱਛਦੇ ਸੀਗੇ ਕਿ ਇਹ ਬੈਂਸ ਦੀ, ਇਹ ਲੋਕ ਇਨਸਾਫ ਪਾਰਟੀ ਕੀ ਹੁੰਦੀ ਆ? ਮੈਂ ਕਿਹਾ ਜੀ ਲੋਕ ਇਨਸਾਫ ਪਾਰਟੀ ਨਹੀਂ, ਇਹ ਠੋਕ ਇਨਸਾਫ ਪਾਰਟੀ ਆ, ਘਰ ਦੀ ਪਾਰਟੀ ਆ, ਕੋਟ ਮੰਗਲ ਸਿੰਘ ਦੀ ਉਹੀ ਪਾਰਟੀ ਆ। ਇਹ ਪਾਰਟੀ ਵੀ ਨਹੀਂ ਗੀ, ਇੱਕ ਬਲੈਕਮੇਲਿੰਗ ਪਾਰਟੀ ਆ, ਇੱਕ ਦੂਜੀਆਂ ਪਾਰਟੀਆਂ ਨੂੰ
ਬਲੈਕਮੇਲ ਕਰਨ ਦਾ ਤਰੀਕਾ ਆਪਣੇ ਸੋੜੇ ਜਿਹੜੇ ਹਿੱਤ ਆ ਆਪਣੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਬੈਂਸ ਸਾਹਿਬ ਨੇ ਪਾਰਟੀ ਬਣਾਈ ਆ। ਕਈ ਮੇਰੇ ਸੱਜਣ ਜਿਹੜੇ ਹੈਗੇ ਆ, ਹੁਣ ਜਦੋਂ ਆ ਲਾਈਵ ਚੱਲਣਾ ਨਾ, ਬੜੇ ਤਰ੍ਹਾਂ ਦੀਆਂ ਗਾਲਾਂ ਕੱਢਦੇ। ਮੈਂ ਅੱਜ ਤੱਕ ਕਿਸੇ ਬੰਦੇ ਦੇ ਕਮੈਂਟ ਦਾ ਗਲਤ ਅੱਜ ਤੱਕ ਕਿਸੇ ਦੀ ਪੋਸਟ ਲੇਕਿਨ ਤੁਸੀਂ ਇੱਕ ਗੱਲ ਕੀਤੀ ਖਹਿਰਾ ਸਾਹਿਬ ਕਿ ਲੋਕਾਂ ਨੂੰ ਪਾਰਟੀਆਂ ਨੂੰ ਬਲੈਕਮੇਲ ਕਰਨ ਵਾਲੀ ਪਾਰਟੀ, ਤੁਸੀਂ ਇਲਜ਼ਾਮ ਲਗਾਇਆ ਅਗਰ ਬਲੈਕਮੇਲ ਕਰਨ ਵਾਲੀ ਪਾਰਟੀ ਹੁੰਦੀ ਆ ਤੇ ਦੋਨੋਂ ਭਰਾ ਕਿੱਦਾਂ ਜਿੱਤ ਜਾਂਦੇ? ਅਗਰ ਲੋਕ ਆਪਣੇ ਮਨਪਸੰਦ ਲੀਡਰ ਨੂੰ ਹੀ ਵੋਟ ਪਾਉਂਦੇ ਆ ਨਾ, ਅਗਰ ਹਲਕੇ ਦੀ ਗੱਲ ਕੀਤੀ ਜਾਵੇਗੀ, ਇਹਨਾਂ ਦੇ ਹਲਕੇ ਦੀ ਮੈਂ ਗੱਲ ਕਰਾਂ, ਦੋਨੋਂ ਭਰਾਵਾਂ ਦੇ ਹਲਕੇ ਦੀ ਗੱਲ ਕਰਾਂ, ਦੋਨੋਂ ਭਰਾ ਲਗਾਤਾਰ ਵਿਜੇ ਹੀ ਜਾਂਦੇ ਰਹਿੰਦੇ ਨੇ, ਆਉਂਦੇ ਨੇ, ਤੇ ਲੋਕ ਤਾਂ ਉਹਨਾਂ ਨੂੰ ਪਸੰਦ ਕਰਦੇ ਤਾਂ ਹੀ ਹੈ। ਤੇ ਲੋਕ ਜਦੋਂ ਰੈਲੀ ਕੱਢਦੇ ਨੇ, ਲੋਕਾਂ ਦਾ ਕਾਫਲਾ ਵੀ ਇਹਨਾਂ ਨਾਲ ਹੁੰਦਾ। ਆਖਿਰ ਕਿੱਦਾਂ ਬਲੈਕਮੇਲਿੰਗ ਹੁੰਦੀ ਹੈ? ਇਹ ਲੋਕ ਤਮਾਮ ਸੁਣਨਾ ਚਾਹਣਗੇ। ਉਸ ਗੱਲ ਦਾ ਜਵਾਬ ਦੇਣਾ, ਜਿਹੜੀ ਲੋਕ ਵੋਟ ਕਾਸਟ ਕਰਦੇ ਆ, ਜੇ ਤੁਸੀਂ ਵੋਟ ਪਾਉਂਦੇ ਹੋ ਨਾ, ਉਹ ਤੁਹਾਡੀ ਵੋਟ ਕਿਤੇ ਨਾ ਕਿਤੇ ਕੈਸ਼ ਹੁੰਦੀ ਹੈ। ਤੁਹਾਨੂੰ ਉਸ ਗੱਲ ਦਾ ਜਵਾਬ ਦੇਣਾ। ਹੁਣ ਤੁਹਾਨੂੰ ਲੱਗਣ ਲੱਗ ਗਿਆ, ਪੂਰੇ ਮੀਡੀਆ ਨੂੰ, ਪੂਰੇ ਲੁਧਿਆਣੇ ਨੂੰ, ਪੂਰੇ ਪੰਜਾਬ ਨੂੰ ਲੱਗਣ ਲੱਗ ਗਿਆ ਕਿ ਬੈਂਸ ਬਹੁਤ ਤਾਕਤਵਰ ਆ। ਸੱਚ ਆ, ਬੈਂਸ ਸਾਹਿਬ ਦੀ ਸਿੱਧੀ ਮੁੱਖ ਮੰਤਰੀ ਨਾਲ ਗੱਲਬਾਤ ਆ। ਔਰ ਮੈਂ ਸੱਚ ਕਿਸੇ ਨੂੰ ਤਾਕਤਵਰ ਨਹੀਂ ਸਮਝਦਾ। ਮੈਂ ਸੁਣੋ ਮੇਰੀ ਗੱਲ, ਮੇਰਾ ਇੱਕ ਸਵਾਲ ਹੈ, ਮੈਂ ਤਾਕਤਵਰ ਨਹੀਂ ਸਮਝਦਾ। ਵੋਟ ਪਾਣਾ ਆਪਣਾ ਅਧਿਕਾਰ ਹੈ। ਤੁਸੀਂ ਇਲਜ਼ਾਮ ਲਗਾ ਰਹੇ ਹੋ ਅਤੇ ਤਾਕਤਵਰ ਕੋਈ ਨਹੀਂ ਹੈਗਾ, ਉਹ ਆਪਣੇ ਲੀਡਰ ਨੇ, ਉਹ ਜੋ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ। ਤੁਸੀਂ ਵੀ ਹਲਕਾ ਇਲੈਕਸ਼ਨ ਲੜਨੇ ਨੇ, ਤੁਸੀਂ ਵੀ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੀ ਬਣੋਗੇ, ਲੇਕਿਨ ਇਹਦੇ ਪਾਵਰ ਨਹੀਂ ਹੈ। ਇਹਦੇ 'ਚ ਮੇਰਾ ਇੱਕ ਸਵਾਲ ਹੈ ਕਿ ਉਹ ਸਵਾਲ ਦਾ ਮੈਨੂੰ ਜਵਾਬ ਦਿੱਤਾ ਮੈਂ ਤੁਹਾਨੂੰ ਉਸੇ ਸਵਾਲ ਦਾ ਜਵਾਬ ਦਿੰਦਾ। ਉਹ ਜਿਹੜੀ ਵੋਟ ਹੁੰਦੀ ਆ, ਹੁਣ ਲੋਕਾਂ ਨੂੰ ਲੱਗਣ ਲੱਗਾ ਕਿ ਐਡਾ ਪਾਵਰਫੁਲ ਬੰਦਾ ਜਿਹਨੂੰ ਲੋਕੀ ਤਾਕਤ ਦਿੰਦੇ ਨਾ, ਲੋਕਾਂ ਨੇ ਜੇ ਦੂਜੀ ਵਾਰੀ ਵੋਟਾਂ ਪਾ ਕੇ ਜਿਤਾਇਆ, ਤਾਕਤ ਦਿੱਤੀ। ਉਹ ਤਾਕਤ ਵਰਤਣੀ ਸੀਗੀ ਸਕੂਲ ਬਣਾਉਣ ਵਾਸਤੇ, ਉਹ ਤਾਕਤ ਵਰਤਣੀ ਸੀਗੀ ਹਸਪੀਟਲ ਬਣਾਉਣ ਵਾਸਤੇ, ਉਹ ਤਾਕਤ ਵਰਤਣੀ ਸੀ ਕਾਲਜ ਬਣਾਉਣ ਵਾਸਤੇ, ਉਹ ਤਾਕਤ ਵਰਤਣੀ ਸੀਗੀ ਰੋਜ਼ਗਾਰ ਦੇਣ ਵਾਸਤੇ, ਉਹ ਤਾਕਤ ਵਰਤਣੀ ਸੀ ਟੈਕਨੀਕਲ ਐਜੂਕੇਸ਼ਨ ਦੇਣ ਵਾਸਤੇ, ਉਹ ਤਾਕਤ ਵਰਤਣੀ ਸੀ ਲੋਕਾਂ ਦਾ ਭਵਿੱਖ এনवायरमेंट ਠੀਕ ਕਰਨ ਵਾਸਤੇ। ਪਰ ਬੈਂਸ ਸਾਹਿਬ ਨੇ ਉਹ ਤਾਕਤ ਵਰਤੀ ਆ ਇੱਕ 18 ਕਿੱਲਿਆਂ 'ਚ ਕੋਠੀ ਆਲਮਗੀਰ ਰੋਡ ਤੇ, ਔਰ 3 ਹੈਲੀਪੈਡ, ਠੀਕ ਹੈ, ਔਰ 25 ਗੱਡੀਆਂ 25 ਲੱਖ ਤੋਂ ਉੱਪਰ ਦੀ ਕੀਮਤ ਦੀਆਂ, ਔਰ ਪਤਾ ਨਹੀਂ ਕਿੰਨੀਆਂ ਜ਼ਮੀਨ ਜਾਇਦਾਦਾਂ। ਇਹ ਕੀ ਕੀਤਾ ਹੈਗਾ ਕਿ ਇਹ ਅਫਸਰਾਂ ਨੂੰ ਇਹ ਪੈਸੇ ਆਏ ਕਿੱਥੋਂ? ਇਹ ਅਸਲ 'ਚ ਅਫਸਰਾਂ ਨੂੰ ਬਲੈਕਮੇਲ ਕਰਕੇ ਬੀਬੀਆਂ ਦੇ ਥਰੂ, ਲੇਡੀਆਂ ਦੇ ਥਰੂ ਲੋਕਾਂ ਦੀ ਗਰੀਬੀ ਦਾ ਫਾਇਦਾ ਠਾ ਕੇ। ਮੈਂ ਸੱਚ ਕਹਿ ਰਿਹਾ, ਬੈਂਸ ਸਾਹਿਬ, ਜੇ ਤੁਸੀਂ ਇੱਕ ਵੀ ਕੰਮ ਪਬਲਿਕ ਦਾ ਸਵਾਰਿਆ ਹੁੰਦਾ ਨਾ, ਤੇ ਮੈਂ ਕਦੇ ਉਸ ਬੀਬੀ ਦੇ ਲਾਗੇ ਨਹੀਂ ਸੀ ਬਣਾ। ਲੇਕਿਨ ਸਾਂਝ ਕੇਂਦਰ ਦੇ ਸਾਨੂੰ ਪਹਿਲੇ ਸਿਮਰਜੀਤ ਸਿੰਘ ਬੈਂਸ ਦੇ ਦਫ਼ਤਰ ਵਿੱਚ ਖੋਲ੍ਹਿਆ ਸੀਗਾ ਆਪਣੇ, ਉਸ ਟਾਈਮ ਪੰਜਾਬ ਦੇ ਵਿੱਚ ਕੋਈ ਸਾਂਝ ਕੇਂਦਰ ਨਹੀਂ ਸੀਗੇ। ਭਾਜੀ ਕਿਹੜਾ ਸਾਂਝ ਕੇਂਦਰ? ਤੁਸੀਂ এনवायरमेंट ਠੀਕ, ਮੇਰੀ ਗੱਲ ਦਾ ਜਵਾਬ ਦਿਓ। ਇਹਦਾ ਮਤਲਬ ਇਹ ਹੈ ਕਿ ਜਿਹੜਾ ਸਿਮਰ ਬੈਂਸ ਦੇ ਦਫ਼ਤਰ ਚੱਲ ਜੂਗਾ ਉਹਦਾ ਕੰਮ ਹੋ ਜੂਗਾ, ਜਿਹੜਾ ਨਹੀਂ ਜਾਂਦਾ। ਤੁਸੀਂ ਸਰਕਾਰੀ ਸਿਸਟਮ ਕਿਉਂ ਨਹੀਂ ਠੀਕ ਕਰ ਲੈਂਦੇ? ਤੁਸੀਂ ਬਿਊਰੋਕ੍ਰੇਸੀ ਕਿਉਂ ਨਹੀਂ ਠੀਕ ਕਰਦੇ? ਜਿਹੜੇ ਲੋਕ ਚੁਣਦੇ ਨੇ, ਨੁਮਾਇੰਦਾ ਚੁਣਦੇ ਨੇ ਲੋਕ, ਜਿੰਨੇ ਇੱਕ ਵਿਧਾਇਕ ਚੁਣ ਲਿਆ, ਲੋਕਾਂ ਨੇ ਚੁਣ ਲਿਆ, ਤੇ ਲੋਕ ਆ ਬਾਅਦ ਚੁੱਕਣ 2022 ਦੀ ਚੋਣਾਂ ਆ ਗਈਆਂ, ਹੁਣ ਲੀਡਰ ਇੱਕ ਦੂਜੇ ਤੇ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੰਦੇ। ਆਖਿਰ ਉਹ ਲੋਕ ਵੋਟ ਪਾਉਣ ਤੋਂ ਪਹਿਲੇ ਕਿਉਂ ਨਹੀਂ ਇੱਕ ਪੈਂਪਲੇਟ ਐਸਾ ਬਣਵਾਉਂਦੇ ਨੇ ਕਿ ਲੀਡਰ ਜਿਹੜਾ ਸਾਡੀ ਪੂਰੀ ਡਿਮਾਂਡ ਨਹੀਂ ਕਰੂਗਾ, ਸਾਡੇ ਹਲਕੇ ਦਾ ਇਹ ਵਿਕਾਸ ਨਹੀਂ ਕਰੂਗਾ, ਅਸੀਂ ਉਹਨੂੰ ਅਗਲੇ ਵਾਰੀ ਨਹੀਂ ਚੁਣਾਂਗੇ? ਇੱਦਾਂ ਦੇ ਕਿਉਂ ਨਹੀਂ ਇੱਕ ਪੈਂਪਲੇਟ ਬਣਦੇ? ਮੇਰੀ ਬੇਨਤੀ ਸੁਣੋ, ਬੜੇ ਇਹਨਾਂ ਦੇ ਲੀਡਰ ਗੱਲਾਂ ਕਰਦੇ 2022 ਦਿਆਂਗੇ। ਮੈਂ ਕਹਿ ਰਿਹਾ ਕਿ 2022 'ਚ ਹੁਣ ਲੋਕ ਜਵਾਬ ਦੇਣਗੇ ਇਹਨਾਂ ਨੂੰ। ਜਿਹੜਾ 10 ਸਾਲ ਲੋਕਾਂ ਨੇ ਇਹਨਾਂ ਨੂੰ ਮੌਕਾ ਦਿੱਤਾ, ਰਿਕਾਰਡ ਆ ਪੰਜਾਬ ਦਾ ਕਿ ਇੱਕੋ ਘਰ 'ਚ ਨਾਲ ਲੱਗਦੇ ਹਲਕਿਆਂ 'ਚ ਦੋਨੋਂ ਭਰਾਵਾਂ ਨੂੰ ਐਮਐਲਏ ਬਣਾਤਾ। ਇੰਨੀ ਤਾਕਤ ਦਿੱਤੀ ਪ੍ਰਮਾਤਮਾ ਨੇ ਔਰ ਲੋਕਾਂ ਨੇ, ਉਹਦਾ ਲੋਕ ਜਵਾਬ ਦੇਣਗੇ। ਦੋਵਾਂ ਨੂੰ ਹਰਾ ਘਰੇ ਬਣਨਗੇ। ਇਹਨਾਂ ਦੇ ਘਰ 'ਚੋਂ ਅੱਜ ਤੋਂ ਬਾਅਦ 2022 ਤੋਂ ਬਾਅਦ ਕੋਈ ਕੌਂਸਲਰ ਵੀ ਨਹੀਂ ਜਿੱਤੂਗਾ, ਕੋਈ ਮੈਂਬਰ ਪੰਚਾਇਤ ਵੀ ਨਹੀਂ ਜਿੱਤਣਾ। ਮੇਰੀ ਗੱਲ ਯਾਦ ਰੱਖ ਲਿਓ। ਦੂਜੀ ਗੱਲ, ਲੋਕਾਂ ਨੂੰ ਟਿਕਟਾਂ ਦਾ ਲਾਲਚ ਦੇ ਕੇ ਤੈਨੂੰ ਮੈਂ ਗਿੱਲ ਤੋਂ ਲੜਾਊਂਗਾ, ਤੈਨੂੰ ਮੈਂ ਜਗਰਾਉਂ ਤੋਂ ਲੜਾਊਂਗਾ, ਤੈਨੂੰ ਮੈਂ ਸਾਹਨੇਵਾਲ ਤੋਂ ਲੜਾਊਂਗਾ, ਟਿਕਟਾਂ ਦਾ ਲਾਲਚ ਦੇ ਕੇ ਕਰਨਾ ਕੀ ਆ? ਤੁਸੀਂ ਰਣਜੀਤ ਖਹਿਰਾ ਨੂੰ ਗਾਲਾਂ ਕੱਢੋ, ਤੁਸੀਂ ਪ੍ਰਿੰਕਲ ਨੂੰ ਗਾਲਾਂ ਕੱਢੋ, ਤੁਸੀਂ ਜਿਹੜੀ ਬੀਬੀ ਬੈਠੀ ਉਹਨੂੰ ਗਾਲਾਂ ਕੱਢੋ। ਆਹ ਕੰਮ ਕਰਾਉਣੇ ਆਪਾਂ। ਮੇਰੀ ਪਾਰਟੀ ਨਹੀਂ ਮੈਨੂੰ ਇਹ ਕਹਿੰਦੀ ਤੂੰ ਇਸ ਤਰ੍ਹਾਂ ਕਰ, ਬਿਲਕੁਲ ਨਹੀਂ ਕਹਿੰਦੀ। ਮੇਰੀ ਪਾਰਟੀ ਇਹ ਕਹਿੰਦੀ ਵੀ ਆਪਾਂ ਹੱਕ ਸੱਚ ਦੀ ਗੱਲ ਕਰਨੀ ਆ, ਲੋਕਾਂ ਦੀ ਗੱਲ ਕਰਨੀ ਆ। ਔਰ 1 ਜੂਨ ਤੋਂ ਲੈ ਕੇ ਟਿਲ ਡੇਟ ਤੱਕ ਮੈਂ ਲੋਕਾਂ ਦੀ ਗੱਲ ਕਰ ਰਿਹਾ। ਅੱਜ ਤੱਕ ਨਾ ਮੈਂ ਚੌਂਕੀ ਆਪਣੇ ਕੰਮ ਵਾਸਤੇ ਗਿਆ, ਨਾ ਕਿਸੇ। ਹੁਣ ਇਹਨਾਂ ਨੇ ਭੇਜਣਾ, ਹੁਣ ਵੀ ਨਹੀਂ ਲੋੜ, ਹੁਣ ਹੀ ਮੈਂ ਇਨਕੁਆਇਰੀ ਲਾ ਆਇਆ। ਹੁਣ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਸ਼ਿਕਨ ਨਹੀਂ ਗੀ। ਮੈਂ ਬੈਂਸ ਸਾਹਿਬ ਨੂੰ ਬੇਨਤੀ ਕਰਦਾ ਕਿ ਬੈਂਸ ਸਾਹਿਬ, ਜਿੰਨਾ ਤੁਸੀਂ ਤਾਕਤ ਬਾਹਰਲੇ ਮੰਤਰੀਆਂ ਸੰਤਰੀਆਂ ਨਾਲ, ਤਗੜੇ ਲੀਡਰਾਂ ਨਾਲ ਗੱਲ ਕਰਕੇ ਤੇ ਆ ਪੁੱਠੇ ਕੰਮ ਕਰਾਉਣ ਤੇ ਕਰਦੇ ਹੋ, ਕਿਤੇ ਯਾਰ ਸਾਨੂੰ ਕਾਲਜ ਬਣਾ ਕੇ ਦਿੰਦੇ, ਸਾਡੇ ਜਵਾਕ ਪੜ੍ਹ ਲੈਂਦੇ, ਉਹ ਕੰਮ ਨਹੀਂ ਕੀਤਾ। ਲੇਕਿਨ ਗੱਲ ਆ ਗਈ ਨਾ ਇੱਥੇ ਕਿ ਤੁਸੀਂ ਕਹਿ ਰਹੇ ਹੋ ਕਿ ਐਫਆਈ ਤੁਹਾਡੇ ਤੇ ਹੋਈ, ਇੱਕ ਪ੍ਰਿੰਕਲ ਤੇ ਹੋਈ, ਤੇ ਬਾਕੀ ਹੋਰ ਜਿਹੜੇ 5 ਤੁਸੀਂ ਨਾਮ ਗਿਣਾਏ ਨੇ। ਇੱਥੇ ਅਕਾਲੀ ਦਲ ਦੇ ਕਈ ਵੱਡੇ ਲੀਡਰ, ਦਿੱਗਜ ਲੀਡਰ ਸੀਗੇ ਜਿਹੜੇ ਉਸ ਬੀਬੀ ਦੀ ਸਪੋਰਟ ਦੇ ਵਿੱਚ ਸੀਗੇ। ਪ੍ਰੈਸ ਕਾਨਫਰੰਸ ਵੀ ਕੀਤੀਆਂ, ਸੀਪੀ ਨੂੰ ਵੀ ਮਿਲੇ ਲਗਾਤਾਰ। ਕਈ ਨਾਮ ਨੇ, ਤੁਸੀਂ ਵੀ ਜਾਣਦੇ ਹੋ ਉਸ ਨਾਮਾਂ ਨੂੰ। ਉਹ ਵੱਡੇ ਨਾਮਾਂ ਦੇ ਉੱਤੇ ਕਿਉਂ ਨਹੀਂ ਮੁਕੱਦਮਾ ਦਰਜ ਹੋਇਆ? ਜਿੱਦਾਂ ਗਰੇਵਾਲ ਸਾਹਿਬ ਹੋ ਗਏ, ਟਾਂਡਾ ਸਾਹਿਬ ਹੋ ਗਏ, ਹੋਰ ਤਮਾਮ ਹੋ ਗਏ, ਗੁਰਦੀਪ ਸਿੰਘ ਗੋਸ਼ਾ ਹੋ ਗਿਆ ਜੋ ਲਗਾਤਾਰ ਨਾਲ ਸੀ। ਲੇਕਿਨ ਤੁਹਾਡੇ ਨਾਲ ਬੈਂਸ ਦੀ ਕਿਹੜੀ ਰੰਜਿਸ਼ ਹੋ ਗਈ? ਉਸ ਗੱਲ ਦਾ ਜਵਾਬ ਦੇ ਦਿੰਦਾ ਮੈਂ। ਜੁਲਾਈ 2021 ਤੱਕ ਮੈਂ ਬਹੁਤ ਭਲੇ ਮਾਨਸ, ਬੜਾ ਬੀਬਾ ਮਾਂ ਦਾ ਪੁੱਤ ਸੀਗਾ। ਜਿਵੇਂ ਜੁਲਾਈ 2021 'ਚ ਮੈਂ SHO ਡਿਵੀਜ਼ਨ ਨੰਬਰ 6 ਜਿਹੜਾ ਥਾਣਾ ਆਪਣਾ, ਉੱਥੇ ਜਾ ਕੇ 161 ਦੇ ਬਿਆਨ ਦਿੱਤੇ। ਉਸ ਤੋਂ 2 ਦਿਨਾਂ ਬਾਅਦ ਮੈਂ 164 ਦੇ ਬਿਆਨ ਕਹਿੰਦੇ ਆ ਜਿਹੜੇ ਜੱਜ ਸਾਹਮਣੇ ਦੇਈਦੇ ਆ,
ਮਾਨਯੋਗ ਜੱਜ ਸਾਹਮਣੇ ਮੈਂ ਬਿਆਨ ਦਿੱਤੇ, ਇਹਦੀ ਪੂਰੀ ਸਟੋਰੀ ਸੁਣਾਈ ਵੀ ਕਿੱਦਾਂ ਕਿੱਦਾਂ ਕੇਸ ਸ਼ੁਰੂ ਹੋਇਆ, ਕਿਉਂਕਿ ਮੈਂ ਆਈ ਵਿਟਨੈਸ ਬੜਾ ਕੁਝ ਮੈਂ ਦੇਖਿਆ ਵੀ ਉਹਦਾ, ਬੜਾ ਕੇਸ ਦਾ ਮੈਨੂੰ ਪਤਾ। ਜਿਵੇਂ ਉਹ ਬਿਆਨ ਦਿੱਤੇ ਉਦੋਂ ਬਾਅਦ ਮੈਂ ਠੱਗ, ਚੋਰ, ਬੇਈਮਾਨ, ਇਹ ਜੁਲਾਈ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋਇਆ। ਔਰ ਐਸਾ ਸ਼ੁਰੂ ਹੋਇਆ ਕਿ ਉਹਨਾਂ ਦੇ ਦਿਲ 'ਚ ਆ ਕਿ ਰਣਜੀਤ ਸਿੰਘ ਖਹਿਰੇ ਤੇ ਇੰਨੇ ਕੁ ਅਸੀਂ ਪਰਚੇ ਦਰਜ ਕਰਾ ਦੇਣੇ ਆ, ਇਹਦੀ ਘਰ ਵਾਲੀ ਤੇ ਆ ਹੋਰ ਜਿਹੜੇ ਇਹਦੇ ਸਾਥੀ ਸੰਗੀ ਆ ਕਰਾ ਦੇਣੇ ਆ, ਕਿ ਮਜਬੂਰ ਹੋ ਕੇ ਗੋਡੇ ਟੇਕ ਕੇ ਉਹ ਬੀਬੀ ਕੋਲ ਜਾਊਗਾ, ਬੀਬੀ ਨੂੰ ਮਨਾਊਗਾ ਤੇ ਸਾਡਾ ਕੇਸ ਵਾਪਸ ਹੋਊਗਾ। ਪਰ ਮੈਂ ਬੈਂਸ ਸਾਹਿਬ ਨੂੰ ਕਹਿਣਾ ਚਾਹੁੰਦਾ, ਮੈਂ ਬੇਨਤੀ ਸਰ, ਬੈਂਸ ਸਾਹਿਬ ਮੇਰੇ ਤੇ 100 ਕੇਸ ਕਰਾ ਲਓ, ਮੈਨੂੰ ਜਾਣੋ ਮਾਰ ਦਿਓ, ਬੀਬੀ ਨਹੀਂ ਮੰਨਦੀ। ਤੁਹਾਡਾ ਕੰਮ ਕਰਨ ਵਾਸਤੇ ਇੱਕ ਵਾਰੀ ਮੈਂ ਚਲੇ ਗਿਆ ਸੀ, ਇੱਕ ਵਾਰੀ ਕੋਈ ਵਿਸ਼ਾਲ ਜੀ ਢਾਡੇ ਵਰਗਾ ਸੱਜਣ ਆ ਗਿਆ, ਕਹਿੰਦਾ ਯਾਰ MLA ਆ, ਬਚਾ ਦੇ ਯਾਰ ਉਹਨੂੰ, ਬੀਬੀ ਨੂੰ ਪੈਸੇ ਚਾਹੀਦੇ ਹੋਣਗੇ। ਮੈਂ ਚਲੇ ਗਿਆ, ਜਾ ਕੇ ਮੈਨੂੰ ਤਰਲਾ ਕੀਤਾ, ਮੈਂ ਕਿਹਾ ਭੈਣੇ ਪੈਸੇ ਲੈ ਲਾ, ਕਰੋੜ ਦੀ ਆਫਰ ਕੀਤੀ। ਔਰ ਸੱਚ ਕਹਿ ਰਹੇ ਹੋ, ਮੇਰਾ ਜ਼ਿੰਦਗੀ ਦਾ ਰਿਕਾਰਡ ਆ। ਮੈਂ ਦੇਖਿਆ ਲੋਕੀ, ਜਿਹੜਾ ਬੰਦਾ ਭੁੱਖਾ ਹੁੰਦਾ ਨਾ, ਰੋਟੀ ਨੂੰ ਪੈਂਦਾ ਭੱਜ ਕੇ, ਉੱਡ ਕੇ ਪੈਂਦਾ। ਜੇ ਕੋਈ ਪੈਸੇ ਨਹੀਂ ਹੁੰਦੇ ਨਾ, ਉਹਦਾ ਪਹਿਲਾ ਗੁਰੂ ਪੀਰ ਪੈਸਾ ਹੁੰਦਾ। ਪਰ ਉਹ ਬੀਬੀ, ਉਹ ਭੈਣ ਕਹਿੰਦੀ ਸਤਿਕਾਰਯੋਗ, ਉਹ ਜਿੰਨੇ ਵੀ ਜਣੀ ਆ ਨਾ, ਉਹਦੀ ਮਾਂ ਸਤਿਕਾਰਯੋਗ ਆ, ਜਿੰਨੇ ਅਸੀਂ ਧੀ ਜੰਮੀ ਆ, ਕਹਿੰਦੀ ਪੈਸੇ ਨਹੀਂ ਲੈਣੇ। ਲੇਕਿਨ ਇਹਦੇ ਵਿੱਚ ਗੱਲ ਆ ਗਈ ਨਾ ਖਹਿਰਾ ਸਾਹਿਬ ਕਿ ਬੀਬੀ ਦਾ ਇੱਕ ਇੰਟਰਵਿਊ ਸਟਾਰਟਿੰਗ ਤੇ ਮੈਂ ਕੀਤੀ, ਜਦੋਂ ਬੀਬੀ ਸਾਹਮਣੇ ਆਈ ਸੀਗੀ ਤੇ ਬੀਬੀ ਨੇ ਕਿਹਾ ਕਿ 11-12 ਵਾਰ ਮੇਰੇ ਨਾਲ ਇਹਨਾਂ ਨੇ ਬਲਾਤਕਾਰ ਕੀਤਾ। ਇੱਕ ਛੋਟਾ ਪੁਆਇੰਟ ਹੈ, ਤੇ ਬੀਬੀ ਉਸ ਸਮੇਂ ਜਦੋਂ ਆਬਰੂ ਜਿਹੜੀ ਇੱਜ਼ਤ ਹੁੰਦੀ ਆ, ਉਹ ਤਾਂ ਇੱਕ ਵਾਰ 'ਚ ਸ਼ਰਮਸ਼ਾਰ ਹੋ ਜਾਂਦੀ ਹੈ। ਲੇਕਿਨ ਇੰਨਾ ਕੁ ਹੋਣ ਦੇ ਬਾਵਜੂਦ ਵੀ ਇਸ ਬੀਬੀ ਨੂੰ ਤੁਹਾਡੀ ਸਪੋਰਟ ਮਿਲੀ, ਇਸ ਕਰਕੇ ਬੀਬੀ ਅੱਗੇ ਆਈ। ਕੀ ਮਾਮਲਾ ਤੁਸੀਂ ਸਮਝਿਆ ਹੋਊਗਾ, ਕਿਉਂਕਿ ਬੀਬੀ ਤੁਹਾਡੇ ਘਰ ਦੇ ਬਾਰੇ ਇੱਕ ਮੈਂ ਫੋਟੋ ਦੇਖੀ ਸੀਗੀ, ਤੁਸੀਂ ਵੀ ਖੜੇ ਸੀ, ਸਿਮਰਜੀਤ ਬੈਂਸ ਵੀ ਖੜਾ ਸੀ, ਬੀਬੀ ਅੱਗੇ ਸੀਗੀ, ਪਾਰਟੀ ਲੋਕ ਇਨਸਾਫ ਪਾਰਟੀ। ਤੁਸੀਂ ਨਹੀਂ ਸੀਗੇ, ਉਹ ਤੁਹਾਡੀ ਮਿਸਿਸ ਸੀਗੇ ਉਹ? ਨਾ, ਮੈਂ ਤੁਹਾਡੇ ਘਰ ਦੇ ਬਾਹਰਲੀ ਫੋਟੋ ਕਿਉਂ? ਮੈਂ ਕਦੇ ਨਹੀਂ, ਉਹ ਮੇਰਾ ਘਰ ਸੀਗਾ, ਮੇਰੀ ਗਲੀ ਸੀਗੀ, ਉਹ ਕਿਸੇ ਹੋਰ ਬੰਦੇ ਨੇ ਕਰਾਈ ਸੀ, ਉਸ ਗਲੀ 'ਚ ਘਰ ਸੀਗਾ ਮੇਰਾ। ਬੀਬੀ ਤਾਂ ਬੈਂਸ ਨਾਲ ਹੀ ਸੀਗੀ ਨਾ ਪਹਿਲਾਂ? ਬੀਬੀ ਬੈਂਸ ਨਾਲ ਨਹੀਂ ਸੀ, ਉਹ ਇੱਕ ਮਹੱਲੇ ਦੋਰੀ ਤੌਰ ਤੇ ਆ ਗਈ ਸੀ। ਹੁਣ ਤੁਸੀਂ ਸਵਾਲ ਕੀਤਾ ਕਿ 11 ਵਾਰ ਨਹੀਂ ਬੋਲੀ, 12ਵੀਂ ਵਾਰ ਕਿਉਂ ਬੋਲੀ? ਜਾਂ ਤੁਸੀਂ ਐਂ ਕਹਿ ਸਕਦੇ ਹੋ ਕਿਸੇ ਨੇ ਉਂਗਲ ਨਾਲ ਲਾਤੀ ਹੋਵੇ, ਕਿਸੇ ਨੇ ਪੈਸੇ ਨਾ ਦਿੱਤੇ ਹੁਣ, ਲੋਕੀ ਕਹਿੰਦੇ ਰਹੇ। ਅੱਜ ਮੈਂ ਕਲੀਅਰ ਕਰ ਦੇਣਾ ਕੈਮਰੇ ਸਾਹਮਣੇ, ਸੱਜਣੋ, ਮੇਰੇ ਦੋਸਤੋ, ਮਿੱਤਰੋ, ਪੰਜਾਬ ਦੇ ਸੂਰਬੀਰ ਯੋਧਿਓ, ਮੇਰੀਆਂ ਭੈਣਾਂ ਮਾਤਾਵਾਂ ਜਿਹੜੀਆਂ ਸੁਣ ਰਹੀਆਂ, 12ਵੀਂ ਵਾਰੀ ਬੀਬੀ ਤਾਂ ਬੋਲੀ ਕਿ ਸ਼ਾਇਦ 11 ਵਾਰੀ ਉਹਨੂੰ ਲੱਗਦਾ ਹੋਊਗਾ ਵੀ ਕੋਈ ਲਗਾਵ ਹੈ ਇਹਦਾ 'ਚ ਕੁਛ ਆ। 12ਵੀਂ ਵਾਰੀ 1 ਅਕਤੂਬਰ 2020 ਨੂੰ, 1 ਅਕਤੂਬਰ 2020 ਦੁਪਹਿਰੇ 12:30 ਵਜੇ ਜਸਵੀਰ ਕੌਰ ਭਾਬੀ ਦੇ ਘਰ ਉਹਨੂੰ ਬੁਲਾ ਲਿਆ। ਜਸਵੀਰ ਕੌਰ ਭਾਬੀ ਉਸ ਟਾਈਮ ਹੈ ਨਹੀਂ ਸੀ ਤੇ ਉਹ ਜਾ ਕੇ ਉਹਨੇ ਮੁੰਡੇ ਨੂੰ ਪੁੱਛਿਆ, ਜਿਹੜਾ ਜਸਵੀਰ ਕੌਰ ਭਾਬੀ ਦਾ ਮੁੰਡਾ, ਵੀ ਤੇਰੀ ਮੰਮੀ ਕਿੱਥੇ ਆ, ਭਾਬੀ ਕਿੱਥੇ ਆ? ਕਹਿੰਦਾ ਉਹ ਘਰੇ ਨਿਕਲੇ, ਮੈਂ ਚੱਲੀ। ਨਾਲ ਹੀ ਬੈਂਸ ਸਾਹਿਬ ਦਾ ਜਿਹੜਾ ਸੁਵਿਧਾ ਸੈਂਟਰ ਆ, ਉਹਦੇ ਨਾਲ ਇੱਕ ਛੋਟਾ ਜਿਹਾ ਗੇਟ ਆ ਜਿਹੜਾ ਗਲੀ 'ਚ ਨਿਕਲਦਾ। ਬੈਂਸ ਸਾਹਿਬ ਗਲੀ 'ਚ ਨਿਕਲ ਕੇ ਆ ਗਏ। ਤੁਸੀਂ ਹੈਰਾਨ ਰਹਿ ਜਾਓਗੇ ਕਿ ਇਸ ਬੀਬੀ ਦੇ ਵਿਚਾਰੀ ਦੇ ਭੈਣ ਦੇ ਕੱਪੜੇ ਉਤਾਰ ਕੇ ਉਸ ਭਾਬੀ ਦੇ ਮੁੰਡੇ ਨੂੰ ਉੱਪਰ ਸੱਦਿਆ। ਉਹਨੂੰ ਪਹਿਲੀ ਵਾਰੀ ਲੱਗਾ ਵੀ ਇੰਨਾ ਜਲੀਲ ਕੀਤਾ ਮੈਨੂੰ ਹਰ ਬੰਦੇ ਦਾ, ਯਾਰ ਮਾੜਾ ਮੋਟਾ ਕੋਈ ਮੁਰਦੇ ਥੋੜਾ ਵੀ ਤੁਸੀਂ ਜੋ ਜ਼ੁਲਮ ਢਾਈ ਜਾਓਗੇ, ਠੀਕ ਹੈ। ਲੇਕਿਨ ਉਸ ਕਮਰੇ 'ਚ ਤਾਂ ਸੋਫਾ ਸੈੱਟ ਲੱਗਾ ਹੋਇਆ ਸੀ। ਅਰੇ ਨਹੀਂ ਮੇਰੀ ਵਿਸ਼ਾਲ ਜੀ, ਇਹ ਲੋਕਾਂ ਨੂੰ ਕਨਫਿਊਜ਼ ਕਰਦੇ ਆ। ਸੋਫਾ ਸੈੱਟ ਵਾਲਾ ਕਮਰਾ ਹੋਰ ਆ, ਸੋਫਾ ਸੈੱਟ ਵਾਲਾ ਕਮਰਾ ਉਹ ਆ ਜਿਹੜਾ ਵੱਡਾ ਕੈਬਨ ਵੱਡੇ ਬੈਂਸ, ਛੋਟੇ ਬੈਂਸ ਦਾ, ਛੋਟਾ ਕੈਬਨ ਜਿਹੜਾ ਵੱਡੇ ਬੈਂਸ ਦਾ। ਉਹਨਾਂ ਦੋਵਾਂ ਕਮਰਿਆਂ ਦੇ ਵਿੱਚ ਬੈਕ ਸਾਈਡ ਤੇ ਇੱਕ ਗਲੀ ਹੈ, ਦੋਨਾਂ ਦਫ਼ਤਰਾਂ ਮਿਲਾਉਂਦੀ, ਉਹਦੇ ਵਿੱਚ ਇੱਕ ਦਫ਼ਤਰ ਤੁਸੀਂ ਕਹਿ ਰਹੇ ਹੋ। ਉੱਥੇ ਦੇ ਇਹ ਉਦੋਂ ਦੀ ਗੱਲ ਨਹੀਂ, ਇਹ ਭਾਬੀ ਦਾ ਘਰ ਆ, ਇੱਕ ਘਰ ਛੱਡ ਕੇ। ਅੱਛਾ, ਦਫ਼ਤਰ ਆ ਗਿਆ, ਦਫ਼ਤਰ ਨਾਲ ਇੱਕ ਘਰ ਹੋਰ ਆ, ਉਹਦੇ ਨਾਲ ਭਾਬੀ ਦਾ ਘਰ ਆ। ਇਹ ਜਿਹੜਾ ਕੈਬਨ ਆ, ਕੁਛ ਵਾਰੀ ਕੈਬਨ 'ਚ ਔਰ ਬਹੁਤ ਹੀ ਵਾਰੀ ਭਾਬੀ ਦੇ ਘਰੇ ਕਮਰੇ 'ਚ, ਕਿਉਂਕਿ ਭਾਬੀ ਦਾ ਜਿਹੜਾ ਹਸਬੈਂਡ ਆ ਬਿਮਾਰ ਆ। ਔਰ ਸਹੀ ਮਾਇਨੇ 'ਚ ਮੈਂ ਤੁਹਾਨੂੰ ਅੱਜ ਦੱਸ ਦਿਆਂ, ਕਿਉਂਕਿ ਉਹ ਵੀ ਕਿਸੇ ਦੀ ਧੀ ਭੈਣ ਹੋ ਗਈ, ਮੈਨੂੰ ਨਾਂ ਲੈਂਦੇ ਨੂੰ ਸ਼ਰਮ ਆਉਂਦੀ ਆ, ਮੈਨੂੰ ਨਾਂ ਨਹੀਂ ਲਾਣਾ ਚਾਹੀਦਾ ਉਹਦਾ। ਮੈਂ ਮਾਫੀ ਚਾਹੁੰਦਾ, ਮੈਂ ਕੈਮਰੇ ਸਾਹਮਣੇ ਮਾਫੀ ਚਾਹੁੰਦਾ ਕਿ ਮੈਂ ਉਸ ਭੈਣ ਦਾ ਨਾਂ ਨਹੀਂ ਲੈਣਾ। ਉਹ ਵੀ ਬੀਬੀ ਡਿਪਰੈਸ਼ਨ 'ਚ ਆ, ਉਹ ਵੀ ਬੈਂਸ ਬ੍ਰਦਰ ਦੇ ਔਰ ਸਿਮਰਜੀਤ ਬੈਂਸ ਦੇ ਹੱਥੋਂ ਪਿਛਲੇ 20 ਤੋਂ 27 ਸਾਲ ਤੋਂ ਉਹ ਐਂ ਕਹਿ ਲਾਂ ਕਿ ਸ਼ਿਕਾਰ ਹੋ ਰਹੀ ਇਹਨਾਂ ਦਾ ਜਿਨਸੀ ਸ਼ੋਸ਼ਣ ਦਾ, ਇਹਨਾਂ ਦੇ ਧੱਕੇ ਦਾ। ਔਰ ਬਹੁਤ ਛੇਤੀ ਜਦੋਂ ਪੁਲਿਸ ਨੇ ਤਫਤੀਸ਼ ਕੀਤੀ, ਹੁਣ ਮਾਨਯੋਗ ਹਾਈ ਕੋਰਟ ਨੇ ਵੀ ਸ਼ਾਇਦ SIT ਬਣਾਤੀ ਹੈ। ਔਰ ਜੇ ਕਿਤੇ SIT 'ਚ ਅੰਦਰ ਰੱਬ ਵਸ ਗਿਆ, ਜੇ ਇਹਦੀ ਬਿਲਕੁਲ ਸਾਫ਼ ਸੁਥਰੀ ਇਨਵੈਸਟੀਗੇਸ਼ਨ ਹੋ ਗਈ, ਤਾਂ ਮੈਂ ਤੁਹਾਨੂੰ ਗਰੰਟੀ ਕਰਦਾ ਕਿ ਹੋ ਸਕਦਾ ਆਸ਼ਾਰਾਮ ਦੀ ਜ਼ਮਾਨਤ ਹੋ ਜੇ, ਹੋ ਸਕਦਾ ਰਾਮ ਰਹੀਮ ਦੀ ਹੋ ਜੇ, ਬੈਂਸ ਸਾਹਿਬ ਦੀ ਕਦੇ ਜ਼ਮਾਨਤ ਨਹੀਂ ਹੋਣੀ। ਕਿਉਂਕਿ ਜਦੋਂ ਉਸ SIT ਨੇ ਸਾਰੇ ਬਿਆਨ ਕਲਮਬੰਦ ਕੀਤੇ, ਜਦੋਂ ਉਹਦੀ ਵਿਅਥਾ ਸੁਣੀ, ਜੇ ਤੁਹਾਨੂੰ ਡਾਊਟ ਆ, ਬੜੇ ਲੋਕ ਕਹਿੰਦੇ ਆ ਇੱਤਰ ਪੈਂਦਾ ਜਨਾਨੀ ਦੇ ਪਿੱਛੇ ਲੋਕ ਰਾਜਨੀਤੀ ਕਰਦਾ, ਯਾਰ ਕਿਹੜੀ ਰਾਜਨੀਤੀ ਕਰਦਾ? ਬੜੇ ਲੋਕ ਇਹ ਵੀ ਕਹਿੰਦੇ ਆ ਵੀ ਉੱਥੇ ਟਿਕਟ ਲੈਣ ਜਾਂਦਾ। ਮੈਂ ਉਹਨੂੰ ਆਖਿਆ, ਮੈਂ ਕਿਹਾ ਮੇਰੇ ਨਾਲ ਚੱਲੋ, ਜਿਹੜੀ CP ਦਫ਼ਤਰ ਦੇ ਬਾਹਰ ਟਿਕਟ ਮਿਲਦੀ ਹੈ ਤੁਸੀਂ ਵੀ ਲੈ ਜਾਓ। ਯਾਰ ਕਿਸੇ ਦੇ ਗਰੀਬ ਦੇ ਹੱਕ 'ਚ ਮੇਰਾ ਗਾਂ ਕਿਹੜਾ ਬਾਪੂ ਮੰਤਰੀ ਸੀ, ਕੈਬਨਿਟ ਦਾ ਵਜ਼ੀਰ ਸੀ, ਮੈਂ ਇੱਕ ਆਮ ਸਧਾਰਨ ਬੰਦਾ, ਮੈਂ ਕਰਦਾ ਲੋਕਾਂ ਦੀ ਸੇਵਾ, ਮੈਂ ਕੋਈ ਠੱਗੀ ਨਹੀਂ ਮਾਰਦਾ। ਲੇਕਿਨ ਲੋਕਾਂ ਦੀ ਸੇਵਾ ਤਮਾਮ ਕਈ ਮਹਿਲਾਵਾਂ ਜਿਹੜੀਆਂ ਨੇ ਇਸ ਦਰਦਨਾਕ ਘਟਨਾ ਦਾ ਸ਼ਿਕਾਰ ਹੁੰਦੀਆਂ ਨੇ, ਕਈ ਬੱਚੀਆਂ ਇਸ ਦਰਦਨਾਕ ਘਟਨਾ ਦਾ ਸ਼ਿਕਾਰ ਹੁੰਦੀਆਂ ਨੇ, ਲੇਕਿਨ ਕਈ ਵੱਡੇ ਲੀਡਰ ਉਸ ਬੱਚਿਆਂ ਦੇ ਉੱਤੇ ਕੋਈ ਬਿਆਨ ਨਹੀਂ ਦਿੰਦੇ, ਕੋਈ ਟਿੱਪਣੀ ਨਹੀਂ ਦਿੰਦੇ। ਅਗਰ 4 ਸਾਲ ਦੀ ਮਾਸੂਮ ਦੇ ਨਾਲ ਦੁਸ਼ਕਰਮ ਕੀਤਾ ਜਾਂਦਾ ਵੈ, ਅਗਰ
ਇਹ ਘਟਨਾਵਾਂ ਤੁਸੀਂ ਲਗਾਤਾਰ ਸੁਣਦੇ ਵੀ ਹੋ, ਅਖਬਾਰਾਂ 'ਚ ਸੁਰਖੀਆਂ ਵੀ ਰਹਿੰਦੀਆਂ ਨੇ, ਲੇਕਿਨ ਮੈਂ ਦੇਖਿਆ ਕਿ ਕੋਈ ਵੀ ਵੱਡਾ ਲੀਡਰ ਜਾਂ ਤੁਹਾਡੇ ਵਰਗੇ ਖਹਿਰਾ ਸਾਹਿਬ ਜਾਂ ਮੈਂ ਗੱਲ ਕਰਾਂ ਪ੍ਰਿੰਕਲ ਵਰਗੇ ਦੀ ਗੱਲ ਕਰਾਂ ਜਾਂ ਤਮਾਮ ਜਿਹੜੇ ਸੀਪੀ ਕੋਲ ਪੇਸ਼ ਹੋਏ ਸੀਗੇ ਉਹਨਾਂ ਦੀ ਗੱਲ ਕਰਾਂ, ਉਸ ਮਾਸੂਮ ਬੱਚਿਆਂ ਦੇ ਲਈ ਨਹੀਂ ਕੋਈ ਖੜਾ ਹੋਇਆ। ਇਸ ਬੀਬੀ ਨੂੰ ਇਨਸਾਫ ਦਿਵਾਉਣ ਵਾਸਤੇ ਤੁਸੀਂ ਸਾਰੇ ਖੜੇ ਹੋ ਗਏ ਹੋ ਕਿ ਉਹ ਮਾਸੂਮ ਬੱਚਿਆਂ ਦੀ ਜ਼ਿੰਦਗੀ ਨਹੀਂ ਹੈ। ਇਸ ਗੱਲ ਦਾ ਤੁਹਾਨੂੰ ਜਵਾਬ ਦਿੰਦਾ ਮੈਂ। ਪਿੱਛੇ ਜੇ ਕੇਸ ਆਇਆ ਸੀ, ਬਹੁਤ ਵੱਡਾ ਪੁਲਿਸ ਅਫਸਰ ਸੀ, ਪੁਲਿਸ ਅਫਸਰ ਸੀ, ਮੈਂ ਨਾਂ ਨਹੀਂ ਲੈਣਾ ਉਹਦਾ, ਔਰ ਸਤਿਕਾਰਯੋਗ ਭੈਣ ਸੀ, ਉਹਦੀ ਉਮਰ ਵੀ ਥੋੜੀ ਸੀ। ਉਹਨੇ ਇਲਜ਼ਾਮ ਲਾਏ ਵੀ ਇਹ ਬੰਦਾ ਮੈਨੂੰ ਪਤਾ ਨਹੀਂ ਕਿੰਨੀ ਵਾਰੀ ਇਹਨਾਂ ਮੈਨੂੰ ਜ਼ਬਰਦਸਤੀ ਕੀਤੀ ਆ ਫਲਾਣਾ ਢਿੰਕੜਾ। ਉਹਦਾ ਕੇਸ ਰਜਿਸਟਰ ਕਰਤਾ ਪੁਲਿਸ ਨੇ। ਤੁਸੀਂ ਹੈਰਾਨ ਰਹਿ ਜਾਓਗੇ, ਮੈਂ ਇੱਕ ਬਹੁਤ ਤਗੜਾ ਸਮਾਜ ਸੇਵੀ ਆ, ਮੇਰਾ ਸੱਜਣ ਆ, ਮੇਰਾ ਵੀਰ ਆ, ਉਹ ਮੇਰੇ ਤੋਂ ਵੱਡਾ। ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਯਾਰ ਤੁਸੀਂ ਇਸ ਕੇਸ ਬਾਰੇ ਕੁਝ ਨਹੀਂ ਬੋਲੇ, ਜਿਵੇਂ ਤੁਸੀਂ ਮੈਨੂੰ ਸਵਾਲ ਕੀਤਾ ਵੀ ਤੁਸੀਂ ਕਿਉਂ? ਉਹ ਮੈਨੂੰ ਕਹਿੰਦਾ ਰਣਜੀਤ ਕਹਿੰਦਾ ਇਹ ਕੇਸਾਂ 'ਚ ਰਾਜੀਨਾਮਾ ਕਰ ਲੈਂਦੇ, ਕੀ ਸਮਝਦੇ ਯਾਰ? ਕਹਿੰਦਾ ਨਾ ਆਪਦੀ ਬੇਇੱਜ਼ਤੀ ਹੁੰਦੀ ਆ। ਸੱਚ ਕਹਿ ਰਹੇ, ਸਾਨੂੰ ਵੀ ਡਰ ਲੱਗਦਾ ਸੀਗਾ, ਸਾਨੂੰ ਵੀ ਲੱਗਦਾ ਸੀ ਬੀਬੀ ਨੂੰ। ਅਗਰ ਇਦਾਂ ਹੀ ਪਾਰਟੀਆਂ ਅਗਰ ਕਿਸੇ ਮਾਸੂਮ ਬੱਚੀ ਦੇ ਪਰਿਵਾਰ ਨਾਲ ਖੜੇ ਹੋ ਜਾਣ ਤਾਂ ਉਸ ਮਾਸੂਮ ਦੀ ਬੱਚੀਆਂ ਦੇ ਫਾਦਰ ਪਰਿਵਾਰ ਕਿਉਂ ਫੈਸਲੇ ਕਰਨਗੇ? ਅਗਰ ਉਹਨਾਂ ਨੂੰ ਵੀ ਪਿੱਛੋਂ ਸਪੋਰਟ ਚਾਹੀਦੀ ਹੈ, ਸਪੋਰਟ ਨਹੀਂ ਹੁੰਦੀ ਤਾਂ ਹੀ ਫੈਸਲੇ ਹੁੰਦੇ ਨੇ ਮਾਸੂਮ ਬੱਚੀਆਂ ਦੇ ਵੀ। ਅਗਰ ਤੁਸੀਂ ਇਸ ਬੀਬੀ ਦੇ ਮਗਰ ਸਾਰੀ ਪਾਰਟੀਆਂ ਸਟੈਂਡ ਲੈ ਸਕਦੀਆਂ ਹੋ, ਉਸ ਮਾਸੂਮ ਬੱਚੀਆਂ ਦੇ ਮਾਪਿਆਂ ਨਾਲ ਵੀ ਤਾਂ ਸਟੈਂਡ ਲੈ ਸਕਦੇ ਹੋ। ਮੈਂ ਤੁਹਾਨੂੰ ਇਸ ਗੱਲ ਦਾ ਜਵਾਬ ਦਿੰਦਾ ਵਿਸ਼ਾਲ ਜੀ। ਦੇਖੋ, ਇੱਕ ਕਹਾਵਤ ਆ ਕਿ ਹਿੰਮਤੇ ਮਰਦ ਦੇ ਖੁਦਾ। ਪਹਿਲਾਂ ਤੁਸੀਂ ਆਪਣੀ ਮਦਦ ਖੁਦ ਕਰੋਗੇ, ਪਰਮਾਤਮਾ ਫਿਰ ਮਦਦ ਕਰੂਗਾ। ਬਹੁਤੇ ਲੋਕ ਕੀ ਕਰਦੇ ਆ, ਜਾਂ ਤਾਂ ਗੋਡੇ ਟਿਕ ਜਾਂਦੇ ਆ, ਜਾਂ ਡਰ ਜਾਂਦੇ ਆ, ਜਾਂ ਉਹਨਾਂ 'ਚ ਇੰਨੀ ਅੰਦਰ ਵਿਲ ਪਾਵਰ ਨਹੀਂ ਹੁੰਦੀ ਵੀ ਉਹ ਸਾਹਮਣਾ ਕਰ ਸਕਣ। ਜਦੋਂ ਤੁਸੀਂ ਆਵਾਜ਼ ਬੁਲੰਦ ਕਰੋਗੇ, ਅੱਜ ਮੈਂ ਤਾਂ ਚਿੰਟੀ ਵੀ ਨਹੀਂ ਹੈਗਾ। ਮੈਂ ਤਾਂ ਬੈਂਸ ਸਾਹਿਬ ਨੂੰ ਕਹਿੰਦਾ, ਬੈਂਸ ਸਾਹਿਬ ਤੁਸੀਂ ਤਾਂ ਰੱਬ ਹੋ, ਮੈਂ ਤਾਂ ਤੁਹਾਡੇ ਪੈਰਾਂ ਦੀ ਧੂੜ ਵੀ ਨਹੀਂ ਹੈਗਾ। ਮੈਂ ਤਾਂ ਕੁਛ ਵੀ, ਕੱਲ੍ਹ ਪਰਸੋਂ ਇੱਕ ਇੰਟਰਵਿਊ ਚੱਲ ਰਹੀ ਸੀ ਤੇ ਬੈਂਸ ਸਾਹਿਬ ਕਹਿ ਰਿਹਾ, ਕਹਿੰਦਾ ਯਾਰ ਕੀ ਤੁਸੀਂ ਦੁੱਖੀਆਂ ਤੱਕੀਆਂ ਦੇ ਬਿਆਨ ਲੈਣ ਲੱਗ ਜਾਂਦੇ ਹੋ ਕਿਸੇ ਪਾਏਦਾਰ। ਮੈਂ ਕਿਹਾ ਬੈਂਸ ਸਾਹਿਬ, ਮੈਂ ਮੰਨਦਾ ਤੁਸੀਂ ਸਤਿਕਾਰਯੋਗ ਮੇਰੀ ਮਾਂ ਢਿੱਡ 'ਚੋਂ ਐਮਐਲਏ ਬਣ ਕੇ ਆਏ ਹੋ, ਤੁਸੀਂ ਢਿੱਡ 'ਚੋਂ ਅਰਬਾਂਪਤੀ ਬਣ ਕੇ ਆਏ ਹੋ, ਤੁਸੀਂ ਦੁੱਖੀ ਤਿੱਕੀ ਤਾਂ ਸੀਗੇ ਨਹੀਂ। ਚਲੋ ਮੈਂ ਦੁੱਖੀ ਤਿੱਕੀ ਗੱਲ ਲਓ ਤੁਸੀਂ, ਪਰ ਬੈਂਸ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਦਾ, ਲੌਜੀਕਲੀ ਗੱਲ ਇਹ ਆ ਕਿ ਉਸ ਬੀਬੀ ਨਾਲ ਰੇਪ ਹੋਇਆ, ਉਹ ਉੱਥੇ ਡਟ ਕੇ ਖੜੀ ਆ। ਤੁਹਾਡੇ ਸੱਦੇ ਤੇ, ਤੁਹਾਡੇ ਕਹਿਣ ਤੇ ਜਿਹੜਾ ਤੁਸੀਂ ਮੈਨੂੰ ਮੈਸੇਜ ਲਾਇਆ ਸੀ, ਮੈਂ ਗਿਆ ਸੀ। ਮੈਂ ਸੋਚਦਾ ਸੀ ਸ਼ਾਇਦ ਹੋ ਸਕਦਾ ਬੈਂਸ ਸਾਹਿਬ ਸਿਆਣੇ ਹੋ ਜਾਣਗੇ। ਉਹਦਾ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਸੱਦੇ ਤੇ, ਬੈਂਸ ਦੇ ਸੱਦੇ ਦੇ ਉੱਤੇ ਤੁਸੀਂ ਉਸ ਬੀਬੀ ਕੋਲ ਗਏ ਸੀਗੇ, ਜੋ ਤੁਹਾਨੂੰ ਉਹਦਾ ਕੀ ਪ੍ਰੂਫ ਹੈ? ਉਹਦਾ ਸਾਰਾ ਕੁਝ ਹੈਗਾ ਮੇਰੇ ਕੋਲ ਪ੍ਰੂਫ। ਵਿਸ਼ਾਲ ਜੀ, ਕਈ ਵਾਰੀ ਤੁਸੀਂ ਤੁਸੀਂ ਮੇਰੇ ਵੀਰ ਹੋ, ਚਲੋ ਤੁਹਾਡਾ ਪੱਤਰ ਸਵਾਲ ਕਰਨਾ ਜਾਇਜ਼ ਆ, ਪਰ ਆਪਾਂ ਅਦਾਲਤ ਥੋੜਾ ਲਾਈ ਹੋਈ ਆ। ਅਦਾਲਤ ਜਵਾਬ ਜਿਹੜਾ ਸੁਣੋ, ਅਦਾਲਤ ਨਹੀਂ, ਅਦਾਲਤ ਦੇ ਵਿੱਚ ਤੁਸੀਂ ਸਬੂਤ ਆਪਣੇ ਪੇਸ਼ ਕਰੋਗੇ। ਲੇਕਿਨ ਖਹਿਰਾ ਸਾਹਿਬ ਪਤਾ ਕੀ ਹੈ, ਮੈਨੂੰ ਦੁੱਖ ਤੇ ਅਫਸੋਸ ਇਸ ਗੱਲ ਤੁਹਾਨੂੰ ਉਸ ਗੱਲ ਦਾ ਜਦੋਂ ਮੈਂ ਗਵਾਹੀ ਕਿਉਂ ਦਿੱਤੀ ਉਹ ਵੀ ਸੁਣੀ ਜਾਓ। ਗੱਲ ਹੈਗੀ ਆ ਨਵੰਬਰ 3 ਹਫ਼ਤੇ ਨਵੰਬਰ ਦੀ। ਕੋਈ ਸੱਜਣ ਮੇਰਾ ਮਿੱਤਰ ਆ, ਮੈਂ ਅੱਜ ਵੀ ਬੜਾ ਚਾਹੁੰਦਾ, ਪਿਆਰ ਕਰਦਾ, ਹੁਣ ਵੀ ਮਿਲਾਂਗੇ ਤਾਂ, ਕਿਉਂਕਿ ਮੈਂ ਸਭ ਕੰਮ ਹੀ ਨਹੀਂ ਕਰਦਾ ਵੀ ਅੱਖਾਂ ਨੀਵੀਆਂ ਕਰਨਾ ਪੈਣ। ਮੈਨੂੰ ਮਿਲਦਾ, ਮੇਰੇ ਕੋਲ ਆਇਆ, ਕਹਿੰਦਾ ਰਣਜੀਤ ਯਾਰ ਬਚਾ ਦੇ, ਕਹਿੰਦਾ ਪੈਸੇ ਦੇ ਦੇਣੇ ਉਹਨੂੰ। ਮੈਂ ਵੀ ਸੋਚਿਆ ਵੀ ਹੋ ਸਕਦਾ ਪੈਸੇ ਵੀ ਲੈ ਲਏ, ਕੋਈ ਹੋਊਗਾ ਚੱਕਰ। ਮੈਂ ਗਿਆ, ਮੈਂ ਕਿਹਾ ਭੈਣੇ ਕਹਿੰਦੀ ਨਹੀਂ ਲੈਣੇ ਪੈਸੇ ਮੈਂ। ਹੁਣ ਤੁਸੀਂ ਦੇਖੋ ਕਿ ਉਹ ਵਾਕਿਆ ਹੈਗਾ ਨਵੰਬਰ 2020 ਦਾ, ਪਰ ਬੈਂਸ ਸਾਹਿਬ ਤੁਸੀਂ ਉਸ ਕੇਸ ਤੋਂ ਸਿੱਖਿਆ ਕੁਛ ਨਹੀਂ। ਤੁਹਾਡਾ ਬੇਟਾ ਔਰ ਤੁਸੀਂ ਖੁਦ 30 ਮਈ 2021 ਤੱਕ ਬੀਬੀ ਪਰਮਜੀਤ ਕੌਰ ਨੂੰ ਮੈਸੇਜ ਕਰ ਰਹੇ ਸੀ, ਉਹਦੀ ਕੁੜੀ ਨੂੰ ਮੈਸੇਜ ਕਰ ਰਹੇ ਸੀ। ਮੈਂ ਤਰਸ ਖਾ ਲੈਂਦਾ, ਮੈਂ ਰੁਕ ਜਾਂਦਾ ਬੈਂਸ ਸਾਹਿਬ, ਮੈਂ ਆਪਦੇ ਪੈਰ ਰੋਕ ਲੈਂਦਾ। ਮੈਂ ਕੀ ਲੈਣਾ ਸੀਗਾ, ਮੇਰਾ ਵਧੀਆ ਪਰਿਵਾਰ ਆ, ਚੰਗੀ ਨੀਂਦ ਆਉਂਦੀ, ਮੌਜਾਂ ਕਰਦੇ ਆ, ਮੈਂ ਕੀ ਲੈਣਾ ਸੀਗਾ। ਪਰ ਮੈਨੂੰ ਦੁੱਖ ਤੇ ਅਫਸੋਸ ਇਹ ਆ, ਤੁਸੀਂ ਗਲਤੀ ਤੇ ਗਲਤੀ, ਗੁਨਾਹ ਤੇ ਗੁਨਾਹ ਕਰੀ ਜਾਂਦੇ ਹੋ, ਸਿੱਖਦੇ ਕੁਛ ਨਹੀਂ। ਮੇਰੀ ਗੱਲ ਸੁਣੋ, ਤੁਹਾਡੇ ਤੇ ਇੱਕੋ ਤਰ੍ਹਾਂ ਦੇ 2 ਵਾਰੀ ਸਵਾਲ ਲੱਗ ਰਿਹਾ, ਹਜੇ ਪਿਛਲਾ ਨਿਬੜਿਆ ਨਹੀਂ, ਆਪਾਂ ਦੂਜਾ ਚੈਪਟਰ ਛੋੜ ਲਿਆ। 30 ਮਈ ਦੀ ਲਾਸਟ ਰਿਕਾਰਡਿੰਗ, ਆਡੀਓ, ਵੀਡੀਓ ਔਰ ਮੈਸੇਜ ਚੈਟ ਮੇਰੇ ਵੀਰ ਪ੍ਰਿੰਕਲ ਨੇ ਤੇ ਮਾਨਯੋਗ ਕਾਂਗਰਸ ਦੇ ਬਹੁਤ ਵੱਡੇ ਲੀਡਰ ਸਰਦਾਰ ਕਮਲਜੀਤ ਸਿੰਘ ਕੜਵਲ ਨੇ ਤੁਹਾਡੀ ਹਾਜ਼ਰੀ 'ਚ ਨਸ਼ਰ ਕੀਤੇ ਸੀ। ਮੈਂ ਠੀਕ ਕਹਿ ਰਿਹਾ? ਕੀ ਸਿੱਖਿਆ ਬੈਂਸ ਸਾਹਿਬ ਨੇ? ਜਦੋਂ ਬੈਂਸ ਵਾਲੇ ਵੀ ਤਾਂ ਨਾਲ ਹੀ ਚੱਲਦਾ ਸੀ ਬੈਂਸ ਦੇ। ਚਲੋ ਹੁਣ ਮੈਂ ਕੀ ਕਹਿ ਸਕਦਾ, ਉਹ ਬਹੁਤ ਵੱਡੇ ਬੰਦੇ ਆ, ਆਪਾਂ ਤਾਂ ਬੜੇ ਛੋਟੇ ਜਿਹੇ ਬੰਦੇ ਯਾਰ, ਛੋਟੀ ਜਿਹੀ ਪਾਰਟੀ ਨਾਲ ਜੁੜੇ ਹੋਏ ਆ, ਸੇਵਾ ਕਰੀਦੀ ਆ। ਲੇਕਿਨ ਹਲਕੀ ਦੱਖਣੇ ਤੋਂ ਹਜੇ ਤੁਸੀਂ ਉਮੀਦਵਾਰ ਨਹੀਂ ਲੜਨੇ ਗਏ ਹੋ ਆਮ ਆਦਮੀ ਪਾਰਟੀ ਵੱਲੋਂ। ਲੇਕਿਨ ਬੜੀ ਵਾਰੀ ਸੁਣੋ ਗੱਲ, ਮੈਂ ਤੁਹਾਨੂੰ ਉਸ ਗੱਲ ਦਾ ਜਵਾਬ ਦਾਂ। ਦੇਖੋ, ਪਾਰਟੀ ਜੇ ਮੌਕਾ ਦਊਗੀ ਤੁਹਾਨੂੰ, ਅੱਜ ਔਨ ਕੋਡ ਕਹਿਣਾ, ਬੈਂਸ ਸਾਹਿਬ ਜੇ ਦਿੱਤਾ ਪਾਰਟੀ ਨੇ ਮੌਕਾ ਵੀ ਕਾਕਾ ਤੂੰ ਲੜਨਾ ਤਗੜਾ ਹੋ ਜਾ ਕੇ ਮੈਦਾਨ 'ਚ ਉਕਤ ਜਾ, ਤੇ ਤੇਰੇ ਨਾਲ ਵਾਅਦਾ, ਚਾਹੇ ਮੇਰਾ ਵੀਰ ਸਿਮਰਜੀਤ ਬੈਂਸ ਲੜੇ, ਚਾਹੇ ਲੜੇ ਬਲਵਿੰਦਰ ਬੈਂਸ ਦੱਖਣੀ ਤੋਂ, ਮੈਂ ਹਰਾਉਂਗਾ ਇਹਨਾਂ ਨੂੰ, ਹਰਾ ਕੇ। ਪਾਰਟੀ ਨੇ ਕਿਤੇ ਆ ਤਾਂ ਨਹੀਂ ਕਹਿ ਦਿੱਤਾ ਕਿ ਇੱਕ ਤਕੜੇ ਬੰਦੇ ਨੂੰ ਪਹਿਲੇ ਤੂੰ ਹਰਾ, ਫੇਰ ਹੀ ਉਸ ਤੋਂ ਬਾਅਦ ਨੂੰ ਟਿਕਟ ਦੇਵਾਂਗੇ? ਐਦਾਂ ਦੀ ਕੋਈ ਠਾਪੀ ਤਾਂ ਨਹੀਂ ਮਿਲੀ ਕਿ ਲਗਾਤਾਰ ਤੁਸੀਂ ਫਿਰ ਉਹਨਾਂ ਦੇ ਉੱਤੇ ਆਰੋਪ ਲਗਾ ਰਹੇ ਹੋ ਕਿ ਪਾਰਟੀ ਨੇ ਇੱਕ ਟਿਕਟ ਦੇਣੀ ਹੈ, ਮੈਨੂੰ ਮੈਂ ਟਿਕਟ ਲੈਣੀ ਹੈ, ਕਿਸ ਤਰ੍ਹਾਂ ਲੈਣੀ ਹੈ? ਉਹ ਭਾਜੀ ਟਿਕਟ ਮੇਰੀ ਸਮਝ ਨਹੀਂ ਆਉਂਦੀ। ਉਹ ਬੜੀ ਵਾਰੀ ਕਈ ਵਾਰੀ ਮੇਰੇ ਅੰਦਰੂਨੀ ਪਾਰਟੀ ਵਾਲੇ ਵੀ ਕਹਿਣ ਲੱਗ ਜਾਂਦੇ ਆ, ਮੈਂ ਉਹਨਾਂ ਨੂੰ ਹੱਥ ਜੋੜਦਾ, ਯਾਰ ਕਿਹੜੀਆਂ ਟਿਕਟਾਂ ਇੱਥੇ ਰੋਡ ਤੇ ਤੁਰੀਆਂ ਫਿਰਦੀਆਂ, ਪਾਰਟੀ ਜਿਹਨੂੰ ਟਿਕਟ ਦਿੰਦੀ ਬੜਾ ਕੁਝ ਦੇਖਦੀ ਆ, ਬੰਦੇ ਦਾ ਵਿਆਹ ਸਭ ਕੁਝ ਦੇਖਦੀ ਆ। ਮੈਂ ਤਾਂ ਬੈਂਸ ਸਾਹਿਬ ਨੂੰ ਬੇਨਤੀ ਕਰ ਰਿਹਾ ਵੀ ਬੈਂਸ ਸਾਹਿਬ ਤੁਸੀਂ ਅਰਦਾਸ ਕਰੋ, ਤੁਸੀਂ ਵੈਸੇ ਤਾਂ ਦੁੱਖੀ ਤਿੱਕੀ ਜਾਣਦੇ ਹੋ ਵੀ ਪਾਰਟੀ ਇਹ ਜ਼ਿੰਮੇਵਾਰੀ ਦੇ ਦੇ। ਚਲੋ ਬਾਕੀ ਪਾਰਟੀ ਨੂੰ ਸੋਚਣਾ, ਪਾਰਟੀ ਬਹੁਤ ਵੱਡੀ ਹੈ, ਮੈਂ ਤਾਂ ਨਿਮਾਣਾ ਜਿਹਾ ਵਰਕਰ ਹਾਂ। ਜੇ ਪਾਰਟੀ ਨੇ ਮੌਕਾ ਦਿੱਤਾ ਬੈਂਸ ਸਾਹਿਬ, ਤੇ ਮੇਰੀ ਦਿਲੀ ਇੱਛਾ ਕਿ ਤੁਸੀਂ ਉੱਥੇ ਲੜੋ, ਤੇ ਤੁਸੀਂ ਜੇਲ੍ਹ ਵੀ ਨਾ ਜਾਓ,
ਤੁਹਾਨੂੰ ਜੇਲ੍ਹ ਤੋਂ ਜਾਣ ਤੋਂ ਪਹਿਲਾਂ ਰੋਣਾ। ਦੂਜੀ ਗੱਲ, ਜਿਹੜਾ ਕੰਮ ਤੁਸੀਂ 10 ਸਾਲਾਂ 'ਚ ਨਹੀਂ ਕੀਤਾ, ਮੈਂ ਰਣਜੀਤ ਸਿੰਘ ਆਪਣੇ ਮਰੇ ਹੋਏ ਮਾਂ ਤੇ ਆਪਦੇ ਪਿਓ ਦੀ ਸਹੁੰ ਖਾਨਾ, ਜਿਹੜਾ ਤੁਸੀਂ 10 ਸਾਲਾਂ 'ਚ ਉੱਥੇ ਕੀਤਾ ਨਹੀਂ ਨਾ, ਮੈਂ 5 ਸਾਲ 'ਚ ਉਹਨਾਂ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਕਿਉਂਕਿ ਮੈਂ ਖੁਦ ਗਰੀਬੀ ਹੰਢਾਈ ਹੋਈ ਆ, ਉਹ ਗਰੀਬ ਲੋਕਾਂ ਨੂੰ ਮੈਂ ਕਰਕੇ ਦਊਂਗਾ। ਉਹਨਾਂ ਦੀ ਮੈਂ ਐਜੂਕੇਸ਼ਨ ਦਾ ਅਰੇਂਜਮੈਂਟ ਕਰੂੰਗਾ। ਬੈਂਸ ਸਾਹਿਬ, ਇੱਕ ਤੁਹਾਨੂੰ ਹੋਰ ਸੁਣਾਉਣਾ ਛੋਟੀ ਜਿਹੀ ਗੱਲ, ਮੇਰਾ ਪ੍ਰੈਕਟੀਕਲ ਤਜਰਬਾ। ਇੱਕ ਬੰਦਾ ਸਾਡੀ ਪੋਸਟਰ ਲਾ ਰਿਹਾ ਸੀਗਾ, ਉਹ ਛੋਟਾ ਜਿਹਾ 19-20 ਸਾਲ ਦੀ ਉਮਰ ਹੋਣੀ ਹੈ। ਉਹਨੇ ਪੋਸਟਰ ਲਾਈ, ਸ਼ਾਮ ਨੂੰ ਮੇਰੇ ਕੋਲ 2000 ਰੁਪਏ ਲੈਣ ਆਇਆ, ਮੈਨੂੰ ਕਹਿੰਦਾ ਜੀ ਪੈਸੇ ਦਿਓ। ਮੈਂ ਪੈਸੇ ਦਿੱਤੇ, ਅੱਧੇ ਘੰਟੇ ਬਾਅਦ ਉਹ 500 ਰੁਪਏ ਫੇਰ ਲੈਣ ਗਿਆ। ਮੈਂ ਕੀ ਕਰਨਾ? ਉਹਨੇ ਨਸ਼ਾ ਕਰ ਲਿਆ। ਮੈਂ ਕਿੱਥੋਂ ਕਰਕੇ ਆਇਆ? ਕਹਿੰਦਾ ਮਿਲ ਕੇ ਆਇਆ। ਮੈਨੂੰ ਆਖਿਆ, ਮੈਂ ਕਿਹਾ ਤੇਰੀ ਕਿੰਨੇ ਭੈਣ ਭਰਾ ਹੋ ਤੁਸੀਂ? ਕਹਿੰਦਾ ਅਸੀਂ 4 ਭਰਾ। ਮੈਂ ਕਿਹਾ ਤੇਰੀ ਮੰਮੀ ਨੂੰ ਪਤਾ ਕਿ ਤੂੰ ਨਸ਼ਾ ਕਰਦਾ? ਕਹਿੰਦਾ ਨਹੀਂ ਪਤਾ। ਮੈਂ ਕਿਹਾ ਯਾਰ ਕਿੰਨਾ ਦੁੱਖ ਹੋਊਗਾ। ਮੈਂ ਕਿੱਥੋਂ ਮਿਲਦਾ? ਕਹਿੰਦਾ ਭਾਜੀ ਸਾਰੀ ਗਲੀ ਵੇਚਦੀ ਆ। ਬੈਂਸ ਸਾਹਿਬ, ਤੁਹਾਡੇ ਸੁਣੋ, ਤੁਹਾਡੇ ਹਲਕੇ ਦਾ ਸਹੁੰ ਲੱਗੇ 18 ਸਾਲ ਦੇ ਮੁੰਡੇ, ਉਹ ਬੈਂਸ ਸਾਹਿਬ ਜਵਾਨੀ ਦਾ ਬੇੜਾ ਗਰਕ ਕਰਤਾ ਤੁਸੀਂ ਦੋਨੋਂ ਭਰਾ। ਤੁਹਾਨੂੰ ਮਰਗਾਂ ਦੇ ਭੋਗ ਅਟੈਂਡ ਕਰਨ ਵਾਸਤੇ ਬਣਾਇਆ ਸੀ ਐਮਐਲਏ। ਫਿਰ ਤੁਸੀਂ ਉਸ ਚੀਜ਼ ਦਾ ਜਦੋਂ ਹੁੰਦਾ ਹੈ, ਚਿੱਟਾ ਵਿਕਦਾ ਹੈ, ਨਸ਼ਾ ਵਿਕਦਾ ਉੱਥੇ, ਤਾਂ ਤੁਸੀਂ ਉਹਦਾ ਸਟਿੰਗ ਕਰਕੇ ਕਿਉਂ ਨਹੀਂ ਲੈ ਕੇ ਆਉਂਦੇ? ਮੇਰੀ ਗੱਲ ਦਾ ਜਵਾਬ ਦਿਓ। ਇਹ ਕੰਮ ਸਰਕਾਰਾਂ ਦੇ ਆ ਕਿ ਮੇਰੇ ਆ? ਤੁਸੀਂ ਵੀ ਤਾਂ ਸਰਕਾਰ ਦੇ ਨੁਮਾਇੰਦੇ ਹੋ। ਮੈਂ ਸਰਕਾਰ ਦਾ ਨੁਮਾਇੰਦਾ ਨਹੀਂਗਾ। ਜਿੱਦਣ ਸਰਕਾਰ ਦਾ ਨੁਮਾਇੰਦਾ ਬਣ ਗਿਆ ਨਾ, ਜਿੱਦਣ ਕਿਸੇ ਦਾ ਪੁੱਤ ਮਰਿਆ ਨਾ ਨਸ਼ੇ ਦਾ ਕਰਕੇ, 302 ਉਸੇ ਥਾਣੇ 'ਚ ਉਸੇ ਐਸਐਚਓ ਤੇ ਲਾਊਂ ਮੈਂ। ਜਿੱਦਣ ਪ੍ਰਮਾਤਮਾ ਨੇ ਕਿਰਪਾ ਕਰਤੀ, ਸੰਗਤ ਨੇ ਆਸ਼ੀਰਵਾਦ ਦੇਤਾ ਨਾ, ਜਿਹੜੇ ਥਾਣੇ 'ਚ ਕਿਸੇ ਗਰੀਬ ਮਾਂ ਦਾ ਪੁੱਤ ਮਰਿਆ ਨਾ, ਉਸੇ ਐਸਐਚਓ ਤੋਂ 302 ਲਵਾਉਂ ਮੈਂ। ਲੇਕਿਨ ਦੇਖਾਂਗੇ ਤੁਹਾਨੂੰ ਵੀ ਉਸ ਸਮੇਂ। ਲੇਕਿਨ ਹੁਣ ਐਫਆਈਆਰ ਦਾ ਕੀ ਕਰਨਾ ਜਿਹੜੀਆਂ ਦਰਜ ਹੋਈਆਂ, ਇਹਦੇ ਵਿੱਚ ਤੇ ਤੁਸੀਂ ਕੀ ਕੀਤਾ ਵਾ? ਮੈਂ ਬੈਂਸ ਸਾਹਿਬ ਵਾਂਗੂ ਪਾੜ ਕੇ ਐਸਐਚਓ ਦੇ ਮੂੰਹ ਤੇ ਨਹੀਂ ਮਾਰਦਾ, ਪਰ ਮੈਂ ਬੈਂਸ ਸਾਹਿਬ ਨੂੰ ਕਹਿੰਦਾ ਕਿ ਜਿਵੇਂ ਤੁਸੀਂ ਦਰਜ ਕਰਾਈ ਹੈ ਨਾ, ਉਤਰਾ ਰੋਲ ਦੂੰ ਮੈਂ ਇਹ ਐਫਆਈਆਰ, ਉਤਰਾ ਰੋਲ ਦੂੰ। ਪਰ ਬੈਂਸ ਸਾਹਿਬ, ਮੈਂ ਤੁਹਾਨੂੰ ਦੁਬਾਰਾ ਫੇਰ ਬੇਨਤੀ ਕਰਦਾ, ਤੁਹਾਡੇ ਨਾਲ ਮੇਰੀ ਕੋਈ ਰੰਜਿਸ਼ ਨਹੀਂ ਗੀ। ਤੁਹਾਡੇ ਜਿੰਨੇ ਵੀ ਸੰਗੀ ਸਾਥੀ ਮੇਰੇ ਸੱਜਣ ਨੇ, ਮੈਂ ਕੋਈ ਲੜਾਈ ਨਹੀਂ ਹੈ ਮੇਰੀ। ਲੜਾਈ ਲੌਜਿਕ ਦੀ ਹੈ ਬੈਂਸ ਸਾਹਿਬ। ਤੁਹਾਨੂੰ 10 ਸਾਲ ਮੈਂ ਯਾਰ ਕੋਈ 2-4 ਹਸਪੀਟਲ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਕੋਈ ਕਾਲਜ ਬਣਾਉਂਦੇ, ਤੁਸੀਂ ਕਿਹੜੇ ਕੰਮਾਂ 'ਚ ਪੈ ਗਏ? ਬੀਬੀਆਂ, ਤੁਸੀਂ ਜਿਹੜੀ ਡਿਵੋਰਸੀ ਆਈ ਉਹਦੇ ਮਗਰ ਚੱਲ, ਜਿਹੜੀ ਡਿਵੋਰਸੀ ਆਈ ਉਹਦੇ ਮਗਰ ਚੱਲ। ਹੁਣ ਤਾਂ ਪ੍ਰੈਕਟੀਕਲ ਹੀ ਹੈ। ਤੁਸੀਂ ਡਿਊਟੀ ਲਾ ਰਹੇ ਹੋ ਕਿ ਰਣਜੀਤ ਨੂੰ ਮਰਾਓ। ਮੈਂ ਮੰਨ ਵੀ ਗਿਆ, ਮੈਂ ਚਲੇ ਗਿਆ। ਮੈਂ ਕਿਹਾ ਭੈਣੇ ਬਖਸ਼ ਦੇ, ਚੱਲ ਛੱਡ ਕੰਮ ਨਿਬੇੜ। ਉਹ ਕਹਿੰਦੇ ਨਹੀਂ, ਇਹਨੇ ਜਿਹੜਾ ਤਸ਼ੱਦਦ ਕੀਤਾ ਮੈਂ ਨਹੀਂ ਪਛਾਣਨਾ, ਉਹ 'ਚ ਰਣਜੀਤ ਖਰਾ ਕੀ ਕਰੇ। ਮੇਰੀ ਗੱਲ ਸੁਣੋ, ਮੇਰੇ ਤੇ 10 ਮੁਕੱਦਮੇ ਦਰਜ ਕਰ ਦਿਓ, 20 ਕਰ ਦਿਓ, ਮੇਰੀ ਘਰ ਵਾਲੀ ਨੂੰ ਅੰਦਰ ਕਰ ਦਿਓ, ਮੈਨੂੰ ਕਰ ਦਿਓ। ਇਹਦੇ ਨਾਲ ਉਹ ਬਲਾਤਕਾਰ ਵਾਲਾ ਇਲਜ਼ਾਮ ਧੁੱਲ ਜੂਗਾ। ਮੈਨੂੰ ਔਨ ਰੋਡ ਮਰਾ ਦਿਓ, ਮੈਨੂੰ ਥਾਣੇ 'ਚ ਵਾੜ ਕੇ ਮਰਾ ਦਿਓ ਪੈਸੇ ਦੇ ਕੇ, ਕਿਉਂਕਿ ਜਿਹੜਾ ਬੰਦਾ ਪਰਚਾ ਦਰਜ ਕਰਾ ਸਕਦਾ ਉਹ ਮਰਵਾ ਵੀ ਸਕਦਾ। ਲੇਕਿਨ ਅਸੀਂ ਨਹੀਂ ਕਹਿੰਦੇ ਕਿ ਤੁਹਾਡੇ ਉੱਤੇ ਉਹਨੇ ਮੁਕੱਦਮਾ ਦਰਜ ਕਰਾਇਆ, ਕਿੰਨੇ ਕਰਾਇਆ, ਲੇਕਿਨ ਪੁਲਿਸ ਇਨਕੁਆਇਰੀ ਤੋਂ ਬਾਅਦ ਹੀ ਪਤਾ ਲੱਗੂਗਾ। ਲੇਕਿਨ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਕ ਐਫਆਈਆਰ ਹੈ ਸੁਜਾਤਪੁਰ ਦੇ, ਦੋ ਐਫਆਈਆਰ ਹੈ ਜਿਹੜੀਆਂ ਸੁਜਾਤਪੁਰ ਜਿਹੜੀ ਹੈਗੀ ਸੁਜਾਨਪੁਰ ਦੇ ਵਿੱਚ ਦਰਜ ਹੋਈਆਂ ਨੇ। ਇਹਨਾਂ ਦੇ ਖਿਲਾਫ 307 ਦੀ ਜਿਹੜੀ ਹੈ ਧਾਰਾ ਵੀ ਜਿਹੜੀ ਲਗਾਈ ਗਈ ਹੈ। ਦੂਜੀ ਧਾਰਾ ਜਿਹੜੀ ਬਿਹਾਰ ਦੇ ਵਿੱਚ 307 ਲਗਾਈ ਗਈ ਹੈ, ਬਿਹਾਰ ਦੇ ਵਿੱਚ 307 ਦੀ ਜਿਹੜੀ ਧਾਰਾ ਇਹਨਾਂ ਦੇ ਉੱਤੇ ਲਗਾਈ ਗਈ ਹੈ। ਲੇਕਿਨ ਇੱਕ ਰਿਕਾਰਡਿੰਗ ਵੀ ਜਿਹੜੀ ਇਹਨਾਂ ਨੇ ਸਾਨੂੰ ਜਿਹੜੀ ਆਡੀਓ ਦਿੱਤੀ ਸੀਗੀ, ਅਸੀਂ ਉਹ ਵੀ ਨਾਲ ਲਗਾਵਾਂਗੇ। रणजीत सिंह, ये जो मैंने बता कर आया, ये तो झूठा मुकदमा दर्ज करा रखा है आपके खिलाफ। हाँ, मैं बताता हूँ। जो सिमरजीत बैंस है, इस पे रेप का मुकदमा दर्ज हुआ है कोर्ट के थ्रू। अच्छा, ठीक है। 8 महीने की तकरार होके फिर दर्ज हुआ है। पंजाब पुलिस ने पूरी मदद की है उसकी। ਤੁਹਾਨੂੰ ਦਿਖਾ ਦਈਏ ਕਿ ਜਿਹੜੀ ਧਾਰਾਵਾਂ ਲੱਗੀਆਂ ਹੋਈਆਂ ਨੇ 307 ਵਾਲੀ ਕੱਢੀ, 307 ਤੇ ਹੀ ਹੈ, 307 ਆਹ ਦੇਖ ਸਕਦੇ ਹੋ ਤੁਸੀਂ ਕੀ ਆ ਜਿਹੜੀ ਧਾਰਾਵਾਂ ਜਿਹੜੀਆਂ ਲੱਗੀਆਂ ਹੋਈਆਂ ਨੇ। ਨਾਮ ਜਿਹੜੇ ਹੈਗੇ ਨੇ ਤੇ ਨਾਮ ਵੀ ਜਿਹੜੇ ਨਾਲ ਹੀ ਨੱਥੀ ਲਗਾਏ ਗਏ ਨੇ, ਨਾਮ ਵੀ ਰੱਖੇ ਗਏ ਨੇ, ਨਾਮ ਜਿਨ੍ਹਾਂ ਉੱਤੇ ਮੁਕੱਦਮਾ ਦਰਜ ਹੋਇਆ। ਲੇਕਿਨ ਹੁਣ ਬੈਂਸ ਦੇ ਉੱਤੇ ਜਿਹੜੀ ਆ ਇਲਜ਼ਾਮ ਜਿਹੜੇ ਲਗਾ ਰਹੇ ਨੇ, ਆਖਿਰ ਸਿਮਰਨਜੀਤ ਸਿੰਘ ਬੈਂਸ ਦੇ ਉੱਤੇ ਇਲਜ਼ਾਮ ਲਗਾਉਣ ਬਾਰੇ ਜਦੋਂ ਉਹਨਾਂ ਨੇ ਪੁੱਛਿਆ ਤੁਹਾਡੇ ਕੋਲ ਕੀ ਪ੍ਰੂਫ ਹੈ, ਲੇਕਿਨ ਇਹ ਕਹਿ ਰਹੇ ਨੇ ਕਿ ਉਹ ਪ੍ਰੂਫ ਸਾਹਮਣੇ ਜਿਹੜੇ ਨੇ ਤੁਹਾਡੇ ਨਹੀਂ ਦੇ ਸਕਦੇ, ਉਹ ਕੋਰਟ ਦੇ ਵਿੱਚ ਹੀ ਦਿਖਾਏ ਜਾਣਗੇ। ਲੇਕਿਨ ਜਨਤਾ ਜਿਹੜੀ ਆ ਪੁੱਛਦੀ ਹੈ ਕਿ ਆਖਿਰ ਸਿਮਰਨਜੀਤ ਸਿੰਘ ਬੈਂਸ ਦਾ ਇਹਦੇ ਵਿੱਚ ਰੋਲ ਕਿੱਥੇ ਤੱਕ ਹੈਗਾ, ਕਿਉਂਕਿ ਭਾਰੀ ਵੋਟਾਂ ਦੇ ਨਾਲ ਉਹ ਦੋਨੋਂ ਭਰਾ ਲਗਾਤਾਰ ਜਿੱਤਦੇ ਨੇ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਛਵੀ ਵੀ ਖਰਾਬ ਕਰਨ ਵਾਸਤੇ ਇਹ ਜਿਹੜੀ ਹੈ ਗੇਮ ਜਿਹੜੀ ਹੈ ਖੇਡੀ ਜਾ ਰਹੀ ਹੈ, ਕਿਉਂਕਿ 2022 ਦੀ ਚੋਣਾਂ ਲਾਗੇ ਹੋ ਚੁੱਕੀਆਂ ਹੋਈਆਂ ਨੇ। ਹੁਣ ਦੇਖਦੇ ਹਾਂ ਸਿਮਰਨਜੀਤ ਸਿੰਘ ਬੈਂਸ ਦਾ ਪਲਟਵਾਰ ਕੀ ਕਰਦੇ ਨੇ। ਆਖਿਰ ਉਹ ਆਪਣਾ ਇਸ ਦੇ ਉੱਤੇ ਕੀ ਸਪਸ਼ਟੀਕਰਨ ਦੇਣਗੇ ਕਿ ਇਹ ਤਾਂ ਐਫਆਈਆਰ ਮੈਂ ਦਰਜ ਕਰਾਈ ਹੈ ਕਿ ਕਿੰਨੇ ਕਰਾਈ ਹੈ। ਇਹ ਆਰੋਪ ਜਿਹੜੇ ਲਗਾਏ ਜਾ ਰਹੇ ਨੇ ਖਹਿਰਾ ਜੀ ਵੱਲੋਂ ਕਿ ਉਹਦਾ ਕਿੱਦਾਂ ਖੰਡਨ ਕਰਨਗੇ। ਲੁਧਿਆਣਾ ਤੋਂ ਹਣੀ ਦੇ ਨਾਲ ਮੈਂ ਵਿਸ਼ਾਲ ਕਪੂਰ, ਲੁਧਿਆਣਾ ਲਾਈਵ।